ਸ੍ਰੀ ਨਾਨਕ ਪਦ ਪੰਕਜ ਬੰਧਨ, ਸਿਮਰਾਂ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ, ਸ੍ਰੀ ਗੁਰ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਸ੍ਰੀ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਇੱਕ ਦਿਨ ਆਏ ਸਭਾ, ਨੰਦਨ ਸ਼੍ਰੀ ਹਰਿ ਰਾਏ। ਸਨਮਾਨਤ ਨੌ ਰੰਗ ਤੇ, ਬੈਠੇ ਮੋਦ ਉਪਾਏ। ਪੁਨ ਇੱਕ ਦਿਨ ਆਏ ਸਭਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਅੰਤਰਜਾਮੀ ਕਰੁਣਾ ਨਿਧਾਨ, ਪਤਿਤ ਪਾਵਨ ਭਗਤ ਵਛਲ, ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ 10 ਪਾਤਸ਼ਾਹੀਆਂ ਦੇ ਜੋਤ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਏਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆਪ ਵਡਭਾਗੀ ਸੰਗਤ ਨੇ ਗੁਰਬਾਣੀ ਦੇ ਪਾਠ ਸੁਣ ਕੇ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਦਿਆਂ ਹੋਇਆਂ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਹਨ। ਸਤਿਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਵਿਖੇ ਭੇਜਿਆ ਹੋਇਆ ਹੈ। ਉੱਥੇ ਰਹਿੰਦਿਆਂ ਹੋਇਆਂ ਔਰੰਗਜ਼ੇਬ ਬਾਦਸ਼ਾਹ ਵੱਲੋਂ ਆਪਣੇ ਪਾਸ ਸਭਾ ਦੇ ਵਿੱਚ ਸੱਦਣ 'ਤੇ ਸਮੇਂ ਅਨੁਸਾਰ ਬਾਬਾ ਜੀ ਉਸ ਨੂੰ ਕੁਝ ਦਾ ਕੁਝ ਕਰਕੇ ਵਿਖਾਉਂਦੇ ਹੈ। ਇੱਕ ਦਿਨ ਬਾਦਸ਼ਾਹ ਆਪਣੇ ਨਾਲ ਲੈ ਕੇ ਬਾਹਰ ਬਾਗਾਂ ਦੀ ਸੈਰ ਕਰਨ ਵਾਸਤੇ ਗਿਆ ਹੈ।
ਬਾਗ ਤੋਂ ਹੋ ਕੇ ਵਾਪਸ ਆਉਂਦਿਆਂ ਰਾਹ ਵਿੱਚ ਇੱਕ ਮੋਈ ਹੋਈ ਗਊ ਦੇਖੀ ਹੈ। ਵੇਖ ਕੇ ਉਸ ਨੂੰ ਜਿਵਾਉਣ ਵਾਸਤੇ ਕਿਹਾ, ਕਿਉਂਕਿ ਉਸ ਦਾ ਛੋਟਾ ਜਿਹਾ ਵੱਛਾ ਉਸ ਦੇ ਨੇੜੇ ਸੀ। ਕੁਝ ਕੁ ਦਇਆ ਔਰੰਗਜ਼ੇਬ ਦੇ ਮਨ ਵਿੱਚ ਆਈ ਹੈ ਤਾਂ ਉਸ ਨੇ ਬੇਨਤੀ ਕੀਤੀ, ਜਿਸ ਕਰਕੇ ਬਾਬਾ ਰਾਮ ਰਾਏ ਜੀ ਨੇ ਜਲ ਮੰਗਵਾ ਕੇ ਸੱਚਾ ਨਾਮ ਵਾਹਿਗੁਰੂ ਨਾਮ ਕਹਿ ਕੇ ਜਲ ਛਿੜਕਾਇਆ ਤਾਂ ਉਹ ਮੋਈ ਹੋਈ ਗਊ ਜਿਉਂਦੀ ਹੋ ਗਈ। ਇਸੇ ਪ੍ਰਕਾਰ ਬਾਦਸ਼ਾਹ ਦੀ ਮਾਲਾ ਗਵਾਚ ਗਈ ਤਾਂ ਬਾਬਾ ਰਾਮ ਰਾਏ ਜੀ ਤੋਂ ਪੁੱਛਿਆ। ਬਾਬਾ ਜੀ ਨੇ ਦੱਸ ਦਿੱਤਾ ਕਿ ਜਿਸ ਜਗ੍ਹਾ 'ਤੇ ਰੱਖੀ ਹੋਈ ਹੈ ਬਾਦਸ਼ਾਹ ਦੀ ਹੀ ਬੇਗਮ ਨੇ ਉਹ ਮਾਲਾ ਲੁਕਾ ਕੇ ਰੱਖ ਲਈ ਸੀ ਕਿਸੇ ਦਰੀਚੀ ਤਾਕੀ ਦੇ ਵਿੱਚ। ਉਸ ਥਾਂ ਤੋਂ ਦੱਸਣ 'ਤੇ ਬਾਦਸ਼ਾਹ ਨੇ ਮਾਲਾ ਲੈ ਲਈ। ਇਉਂ ਅੰਤਰਜਾਮਤਾ ਵਾਲੇ ਕੌਤਕ ਵੇਖ ਕੇ ਬੜਾ ਹੀ ਬਾਦਸ਼ਾਹ ਹੈਰਾਨ ਹੁੰਦਾ ਹੈ। ਦਿੱਲੀ ਸ਼ਹਿਰ ਦੇ ਵਿੱਚ ਇੱਕ ਵਿਦੇਸ਼ੀ ਅੰਗਰੇਜ਼ ਆਇਆ ਹੋਇਆ ਸੀ। ਉਸ ਨੇ ਪਤਾ ਕਰਕੇ ਬਾਦਸ਼ਾਹ ਨੂੰ ਮਿਲਣਾ ਕੀਤਾ। ਬਾਦਸ਼ਾਹ ਨਾਲ ਜਦੋਂ ਜਿਸ ਵੇਲੇ ਮਿਲਿਆ ਹੈ ਸੁੰਦਰ ਕੀਮਤੀ ਭੇਟਾਵਾਂ ਲਿਆ ਕੇ ਦਿੱਤੀਆਂ। ਇੱਕ ਸੋਹਣਾ ਮੋਤੀ ਕੀਮਤੀ ਦਿੱਤਾ, ਜਿਸ ਜਿਹਾ ਹੋਰ ਮੋਤੀ ਕਿਤੇ ਨਾ ਛੇਤੀ ਥੋੜ੍ਹੇ ਮੁੱਲ ਨਾਲ ਪ੍ਰਾਪਤ ਹੁੰਦਾ ਹੋਵੇ। ਉਹ ਮੋਤੀ ਲੈ ਕੇ ਬਹੁਤ ਸੁੰਦਰ ਮੋਤੀ ਜਾਣ ਕੇ ਆਪਣੀ ਪਿਆਰੀ ਬੇਗਮ ਨੂੰ ਔਰੰਗਜ਼ੇਬ ਨੇ ਦਿੱਤਾ। ਉਸ ਵੱਲੋਂ ਹੋਰ ਮੋਤੀ ਉਸ ਜਿਹਾ ਮੰਗਿਆ ਤਾਂ ਬਾਦਸ਼ਾਹ ਨੇ ਸਭਾ ਵਿੱਚ ਬਾਬਾ ਰਾਮ ਰਾਏ ਜੀ ਦੇ ਆਉਣ 'ਤੇ ਉਹਨਾਂ ਪਾਸੋਂ ਮੰਗਿਆ ਹੈ ਕਿ ਤੁਸੀਂ ਹੀ ਮੰਗਵਾ ਕੇ ਦੇ ਸਕਦੇ ਹੋ। ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ ਮੋਤੀ ਮੰਗਵਾ ਕੇ ਪ੍ਰਗਟ ਕਰਕੇ ਅਗਲੇ ਦਿਨ ਦੇ ਦਿੱਤਾ। ਲੈ ਕੇ ਆਪਣੀ ਬੇਗਮ ਨੂੰ ਔਰੰਗਜ਼ੇਬ ਨੇ ਦੇ ਦਿੱਤਾ ਪਹਿਨਣ ਵਾਸਤੇ, ਜਿਸ ਕਰਕੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ। ਇਸ ਪ੍ਰਕਾਰ ਕਈ ਕੌਤਕ ਵੇਖ ਕੇ ਬਹੁਤ ਹੈਰਾਨ ਹੁੰਦੇ। ਇਹ ਸ਼ਕਤੀਆਂ ਦੀ ਸੋਭਾ ਜਦੋਂ ਪ੍ਰਗਟ ਹੁੰਦੀ ਹੈ ਤਾਂ ਨਗਰ ਦੇ ਵਿੱਚ, ਸ਼ਹਿਰ ਵਿੱਚ ਬਹੁਤ ਭਾਰੀ ਜਸ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਲੋਕ ਕਰਦੇ ਹੈ ਔਰ ਕਈ ਬਾਬਾ ਰਾਮ ਰਾਏ ਜੀ ਦੀ ਬਹੁਤ ਉਸਤਤ ਕਰਦੇ ਹਨ। ਜਿਹੜੇ ਸਮਝਣ ਵਾਲੇ ਹੈ, ਉਹ ਸਿੱਖ ਹਨ, ਸੇਵਕ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਹੀ ਬਾਬਾ ਰਾਮ ਰਾਏ ਜੀ ਨੂੰ ਉਹਨਾਂ ਨੇ ਆਪ ਕਿਰਪਾ ਕਰਕੇ ਸ਼ਕਤੀ ਬਖਸ਼ਿਸ਼ ਕੀਤੀ ਹੋਈ ਹੈ। ਵਿਸਥਾਰ ਪੂਰਵਕ ਪਿਛਲੇ ਦੀਵਾਨਾਂ ਵਿੱਚ ਇਹਨਾਂ ਪ੍ਰਸੰਗਾਂ ਦੀ ਵਿਚਾਰ ਹੋਈ ਹੈ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਇੱਕ ਦਿਨ ਆਏ ਸਭਾ। ਫਿਰ ਇੱਕ ਦਿਨ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਆਏ ਹਨ। ਨੰਦਨ ਸ਼੍ਰੀ ਹਰਿਰਾਏ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੋ ਸੁਪੁੱਤਰ ਹਨ ਸ੍ਰੀ ਰਾਮ ਰਾਏ ਜੀ, ਸਨਮਾਨਤ ਨੌ ਰੰਗ ਤੇ। ਜਿਸ ਵੇਲੇ ਸਭਾ ਦੇ ਵਿੱਚ ਪਹੁੰਚੇ ਹੈ ਤਾਂ ਔਰੰਗਜ਼ੇਬ ਬਾਦਸ਼ਾਹ ਨੇ ਬਹੁਤਾ ਸਤਿਕਾਰ ਕੀਤਾ। ਬੈਠੇ ਮੋਦ ਉਪਾਏ। ਉਸ ਵੱਲੋਂ ਸਤਿਕਾਰ ਕਰਦਿਆਂ ਹੋਇਆ ਬੜੇ ਆਨੰਦ ਸਹਿਤ ਉਸ ਦੀ ਸਭਾ ਵਿੱਚ ਪਾਸ ਬਾਦਸ਼ਾਹ ਦੇ ਬਾਬਾ ਰਾਮ ਰਾਏ ਜੀ ਬੈਠੇ ਹਨ। ਚੌਪਈ ਕਹਿਤ ਸ਼ਾਹੇ ਹਮ ਖਾਇਓ ਆਜ। ਤੇ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਏ ਗੁਰੂ ਕੇ ਸਪੁੱਤਰ ਨੂੰ ਕਿ ਗੁਰੂ ਕੇ ਸਾਹਿਬਜ਼ਾਦਾ ਜੀ, ਇਹ ਮੈਨੂੰ ਤੁਸੀਂ ਦੱਸ ਦਿਓ ਕਿ ਅੱਜ ਮੈਂ ਕੀ ਖਾਧਾ ਸੀ। ਦੇਹੋ ਬਤਾਏ ਸੋ ਸਭਾ ਸਮਾਜ। ਤੇ ਜਿਸ ਕਰਕੇ ਸਭਾ ਦੇ ਵਿੱਚ ਬੈਠਣ ਵਾਲੇ ਕਾਜੀ ਮੁੱਲਾ ਅਹਿਲਕਾਰ ਜਿੰਨੇ ਵੀ ਹਨ ਉਹਨਾਂ ਨੂੰ ਪਤਾ ਲੱਗ ਜਾਵੇ। ਕਿਤਕ ਭਾਂਤ ਕੋ ਆਮਿਕ ਖਾਇਓ। ਤੇ ਕਿੰਨੀ ਤਰ੍ਹਾਂ ਦਾ ਮਾਸ ਦਾ ਭੋਜਨ ਮੈਂ ਖਾਧਾ ਹੈ ਉਹ ਤੁਸੀਂ ਦੱਸ ਦਿਓ। ਅਪਰ ਵਸਤ ਕਿਆ ਮੁਖ ਮਹਿ ਪਾਇਓ। ਤੇ ਹੋਰ ਕਿਹੜੀਆਂ ਵਸਤੂਆਂ, ਕਿਹੜੇ ਪਦਾਰਥ ਮੈਂ ਆਪਣੇ ਮੂੰਹ ਨਾਲ ਖਾਧੇ ਸਨ। ਤੁਮ ਕਹੋ ਵੱਡੀ ਬਾਤ ਨਹਿ ਕੋਈ। ਤੇ ਤੁਹਾਡੇ ਵਾਸਤੇ ਇਹ ਗੱਲ ਦੱਸਣ ਵਿੱਚ ਕੋਈ ਵੱਡੀ ਗੱਲ ਨਹੀਂ ਹੈ, ਤੁਸੀਂ ਦੱਸ ਸਕਦੇ ਹੋ। ਦੇਹੁ ਬਤਾਏ ਤ੍ਰਿਕਾਲ ਜੋ ਹੋਈ। ਤੇ ਕਿਉਂਕਿ
ਜੋ ਪਿਛਲੇ ਸਮੇਂ ਵਿੱਚ ਭੂਤਕਾਲ ਵਿੱਚ ਜੋ ਕੁਝ ਹੋ ਗੁਜ਼ਰਿਆ ਹੈ ਉਹ ਵੀ ਤੁਸੀਂ ਦੱਸ ਸਕਦੇ ਹੋ, ਅਤੇ ਹੁਣ ਜੋ ਕੁਝ ਹੋ ਰਿਹਾ ਉਹ ਵੀ ਦੱਸ ਸਕਦੇ ਹੋ, ਅਤੇ ਜੋ ਕੁਝ ਹੋਣ ਵਾਲਾ ਉਹ ਵੀ ਤੁਸੀਂ ਦੱਸਣ ਦੇ ਸਮਰੱਥ ਹੋ। ਤਉ ਆਜ ਕੋ ਅਚਿਓ ਜੋ ਖਾਨਾ, ਤਾਂ ਵੀ ਜਿਹੜਾ ਅੱਜ ਮੈਂ ਭੋਜਨ ਛਕਿਆ ਸੀ ਉਹ ਤੁਸੀਂ ਦੱਸਣਾ ਕਰੋ। ਆਪ ਸੁਨਾਵੋ ਸਭ ਕੇ ਕਾਨਾ, ਤੇ ਸਭਨਾਂ ਦੇ ਕੰਨੀ ਇਹ ਆਵਾਜ਼ ਤੁਹਾਡੇ ਵੱਲੋਂ ਦੱਸਣ ਤੇ ਪੈ ਜਾਵੇ। ਸੁਨ ਸ਼੍ਰੀ ਰਾਮ ਰਾਏ ਬਚ ਸ਼ਾਹੂ, ਇਸ ਤਰ੍ਹਾਂ ਬਾਦਸ਼ਾਹ ਦੇ ਬੋਲ ਸੁਣ ਕੇ ਬਾਬਾ ਰਾਮ ਰਾਏ ਜੀ ਨੇ ਕਰੇ ਬਤਾਵਨ ਜੋ ਕਿਛ ਖਾਹੂ, ਤੇ ਜੋ ਕੁਝ ਔਰੰਗਜ਼ੇਬ ਨੇ ਸਵੇਰ ਵੇਲੇ ਖਾਧਾ ਹੈ ਉਹ ਦੱਸ ਦਿੱਤਾ ਹੈ। ਪੰਜ ਤਰਹਿ ਕੋ ਆਮਿਖ ਖਾਇਓ, ਤੇ ਦੱਸਿਆ ਹੈ ਕਿ ਤੁਸੀਂ 5 ਤਰ੍ਹਾਂ ਦਾ ਮਾਸ ਖਾਧਾ ਸੀ। ਤੀਨ ਰੀਤ ਓਦਨ ਮਿਲਵਾਇਓ, ਬਾਬਾ ਰਾਮ ਰਾਏ ਜੀ ਦੱਸਦੇ ਹਨ ਕਿ ਬਾਦਸ਼ਾਹ ਤੁਸਾਂ ਜਿਸ ਵੇਲੇ ਭੋਜਨ ਕੀਤਾ ਸੀ ਤਾਂ ਉਸ ਵੇਲੇ ਉਸ ਵਿੱਚ 3 ਤਰ੍ਹਾਂ ਦਾ ਜੋ ਚਵਲਾਂ ਦਾ ਭੋਜਨ ਉਹ ਵੀ ਮਿਲਾਇਆ ਸੀ। ਚਾਰ ਬਿਦਨ ਕੇ ਫਲ ਸ਼ੁਭ ਖਾਏ, ਇਹ 4 ਤਰ੍ਹਾਂ ਦੇ ਸ੍ਰੇਸ਼ਟ ਫਲ ਵੀ ਤੁਸਾਂ ਖਾਧੇ ਸਨ। ਇਤਿਆਦਿਕ ਸਭ ਅਪਰ ਬਤਾਏ, ਤੇ ਇਤਿਆਦਿਕ ਹੋਰ ਵੀ ਜਿਸ ਜਿਸ ਤਰ੍ਹਾਂ ਦਾ ਭੋਜਨ ਬਾਦਸ਼ਾਹ ਨੇ ਖਾਧਾ ਹੈ ਉਹ ਦੱਸ ਦਿੱਤਾ। ਜਿਤੀ ਬੇਰ ਮੁਖ ਪੀਓ ਪਾਣੀ, ਤੇ ਜਿੰਨੀ ਵਾਰ ਆਪਣੇ ਮੂੰਹ ਨਾਲ ਪਾਣੀ ਪੀਤਾ ਹੈ ਉਹ ਵੀ ਦੱਸਿਆ ਹੈ। ਭੋਜਨ ਕਰਤ ਕਹੀ ਜਿਮ ਬਾਣੀ, ਤੇ ਜਿਸ ਤਰ੍ਹਾਂ ਜਦੋਂ ਭੋਜਨ ਛਕ ਰਿਹਾ ਸੀ ਬਾਦਸ਼ਾਹ ਤਾਂ ਉਸ ਵੇਲੇ ਕੀ ਗੱਲਾਂ ਬਾਤਾਂ ਕਰਦਾ ਸੀ ਉਹ ਵੀ ਬਾਬਾ ਰਾਮ ਰਾਏ ਜੀ ਨੇ ਦੱਸੀਆਂ ਹਨ। ਜੇ ਸਮੀਪ ਪਾਚਕ ਸੋ ਬਤਾਏ, ਤੇ ਫਿਰ ਜਿਹੜੇ ਨੇੜੇ ਉਸ ਵੇਲੇ ਰਸੋਈਏ ਸਨ ਜੋ ਵਰਤਾਉਣ ਵਾਲੇ ਉਹ ਵੀ ਦੱਸ ਦਿੱਤੇ ਕਿ ਕਿਹੜੇ ਕਿਹੜੇ ਪਾਸ ਸਨ। ਦਾਸ ਨਿਕਟ ਕੇ ਸੋ ਗਿਨਵਾਏ, ਤੇ ਹੋਰ ਵੀ ਜਿਹੜੇ ਨੌਕਰ ਚਾਕਰ ਨਜ਼ਦੀਕ ਸਨ ਉਹ ਵੀ ਗਿਣ ਕੇ ਦੱਸ ਦਿੱਤੇ। ਬਾਸਨ ਧਰੇ ਅਗਾਰੀ ਜੇਤੇ, ਤੇ ਜਿੰਨੇ ਭਾਂਡੇ ਰੱਖੇ ਸੀ ਜਦੋਂ ਭੋਜਨ ਖਾਧਾ ਸੀ ਉਸ ਵੇਲੇ ਜੋ ਭਾਂਡੇ ਵਰਤੇ ਉਹ ਵੀ ਦੱਸੇ। ਭਿੰਨ ਭਿੰਨ ਪਾਖੇ ਤਬ ਤੇਤੇ, ਤੇ ਉਹ ਵੀ ਵੱਖਰੇ ਵੱਖਰੇ ਜਿਹੜੇ ਜਿਹੜੇ ਬਰਤਨ ਭੋਜਨ ਕਰਦਿਆਂ ਵਰਤੇ ਸੀ ਉਹ ਵੀ ਦੱਸੇ ਹਨ। ਅਚਿਓ ਜੋ ਥੋੜਾ ਸੋ ਕਹਿ ਦੀਨ, ਤੇ ਜੋ ਥੋੜਾ ਖਾਧਾ ਸੀ ਉਹ ਵੀ ਦੱਸ ਦਿੱਤਾ। ਅਪਰ ਸੁਨਾਏ ਗ੍ਰਾਸ ਜੇ ਕੀਨ, ਤੇ ਜਿਹੜੇ ਗਰਾਸ ਬਹੁਤੇ ਭਰ ਭਰ ਕੇ ਖਾਧੇ ਸਨ ਜਿਹੜਾ ਭੋਜਨ ਜ਼ਿਆਦਾ ਛਕਿਆ ਉਹ ਵੀ ਦੱਸਿਆ ਹੈ। ਇਸ ਪ੍ਰਕਾਰ ਜਬ ਦਿਓ ਬਤਾਈ, ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਪੁੱਛਣ ਤੇ ਉਸ ਵੱਲੋਂ ਖਾਧਾ ਹੋਇਆ ਭੋਜਨ ਦੱਸਿਆ। ਸੁਨ ਸੁਨ ਸ਼ਾਹ ਸਭਾ ਬਿਸਮਾਈ, ਜਿਹੜੇ ਜਿਹੜੇ ਪਦਾਰਥ ਖਾਧੇ ਹੈ ਉਹ ਦੱਸ ਦਿੱਤੇ ਨੇ। ਤੇ ਸਭਾ ਵਿੱਚ ਬੈਠੇ ਹੋਏ ਕਾਜੀ ਮੁੱਲਾ ਅਹਿਲਕਾਰ ਸਭ ਬਹੁਤ ਹੈਰਾਨ ਹੋਏ। ਮਨਹੁ ਨਿਕਟ ਬੈਠੇ ਇਨ ਗਨੇ, ਤੇ ਇਸ ਪ੍ਰਕਾਰ ਸਾਰੇ ਸਮਝਣ ਲੱਗ ਪਏ। ਔਰੰਗਜ਼ੇਬ ਬਾਦਸ਼ਾਹ ਵੀ ਸੋਚਦਾ ਕਿ ਇਵੇਂ ਲੱਗਦਾ ਹੈ ਕਿ ਗੁਰੂ ਕਾ ਸਪੁੱਤਰ ਜਿਵੇਂ ਕਿ ਜਦੋਂ ਮੈਂ ਭੋਜਨ ਕਰ ਰਿਹਾ ਸੀ ਉਸ ਵਕਤ ਮੇਰੇ ਨੇੜੇ ਬੈਠਾ ਹੋਇਆ ਹੋਵੇ। ਜਿਉਂ ਕੀ ਤਿਉਂ ਸਗਰੀ ਵਿਦ ਭਨੇ, ਤੇ ਜਿਵੇਂ ਦੀਆਂ ਤਿਵੇਂ ਹੀ ਸਾਰੀਆਂ ਗੱਲਾਂ ਦੱਸ ਦਿੱਤੀਆਂ ਹਨ। ਮਹਿਦ ਸ਼ਕਤ ਕੁਛ ਲਖੀ ਨ ਜਾਏ, ਤੇ ਇਸ ਤਰ੍ਹਾਂ ਆਪ ਵੀ ਬਾਦਸ਼ਾਹ ਬਹੁਤ ਹੈਰਾਨ ਹੁੰਦਾ ਹੈ। ਤੇ ਸਭਾ ਵਿੱਚ ਬੈਠਣ ਵਾਲੇ ਵੀ ਕਹਿੰਦੇ ਹਨ ਕਿ ਬਹੁਤ ਵੱਡੀ ਇਹਨਾਂ ਵਿੱਚ ਸ਼ਕਤੀ ਹੈ, ਕੁਝ ਜਾਣੀ ਨਹੀਂ ਜਾ ਸਕਦੀ, ਇਸ ਬਾਰੇ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਨੌ ਰੰਗ ਸੁਨ ਸੁਨ ਹਰਖ ਉਪਾਏ, ਜਿਵੇਂ ਜਿਵੇਂ ਬਾਬਾ ਰਾਮ ਰਾਏ ਜੀ ਦੇ ਮੁਖ ਤੋਂ ਬਚਨ ਔਰੰਗਜ਼ੇਬ ਸੁਣਦਾ ਹੈ ਤਿਵੇਂ ਤਿਵੇਂ ਬਹੁਤ ਖੁਸ਼ ਹੁੰਦਾ ਹੈ। ਪੁਨ ਫਲ ਖੈਬੇ ਕੀ ਬਹੁ ਬਾਤ, ਤੇ ਫਿਰ ਫਲ ਖਾਣ ਦੀਆਂ ਬਹੁਤੀਆਂ ਗੱਲਾਂ ਲੱਗ ਪਏ ਹਨ ਕਰਨ। ਸਭਾ ਬਿਖੈ ਪਰ ਬ੍ਰਿਤਿਓ ਬ੍ਰਿਤਾਂਤ, ਤੇ ਇਸ ਗੱਲ ਦੀ ਬਹੁਤੀ ਜ਼ਿਆਦਾ ਚਰਚਾ ਸਭਾ ਦੇ ਵਿੱਚ ਫਲਾਂ ਬਾਰੇ ਹੋਣ ਲੱਗ ਪਈ ਹੈ। ਕੋ ਕਿਸ ਫਲ ਹੈ ਸਰਾਹਤ ਭਇਓ, ਤੇ ਕੋਈ ਕਿਸੇ ਫਲ ਨੂੰ ਸਲਾਹੁੰਦਾ ਹੈ ਤੇ ਕੋਈ ਕਿਸੇ ਫਲ ਦੀ ਸਲਾਹਤ ਕਰਦਾ ਹੈ। ਕਿਸ ਹੂੰ ਅਪਰ ਸਵਾਦ ਕਹਿ ਦਿਓ, ਤੇ ਕਿਸੇ ਨੇ ਹੋਰ ਤਰ੍ਹਾਂ ਦੇ ਫਲ ਦਾ ਸਵਾਦ ਦੱਸਿਆ ਹੈ। ਖਸਟ ਰੁਤਨ ਕੇ ਜੇ ਫਲ ਅਹੈ, ਤੇ 6 ਰੁੱਤਾਂ ਦੇ ਵਿੱਚ ਸਮੇਂ ਸਮੇਂ ਅਨੁਸਾਰ ਜਿਹੜੇ ਫਲ ਪੈਦਾ ਹੁੰਦੇ ਹਨ ਭਿੰਨ ਭਿੰਨ ਸਵਾਦ ਰੋ ਗੁਣ ਕਹੈ, ਤੇ ਉਹਨਾਂ ਦੇ ਵੱਖਰੇ ਵੱਖਰੇ ਸਵਾਦ ਦੱਸਣ ਲੱਗ ਪਏ ਸਭਾ ਵਿੱਚ ਬੈਠਣ ਵਾਲੇ, ਤੇ ਉਹਨਾਂ ਦੇ ਫਲਾਂ ਦੇ ਲਾਭ ਵੀ ਦੱਸਦੇ ਹਨ। ਤਬ ਮੁਸਕਾਵਤ ਸਾਹਿਬ ਖਾਨਾ, ਤੇ ਇਸ ਤਰ੍ਹਾਂ ਜਦੋਂ ਫਲਾਂ ਬਾਰੇ ਗੱਲਾਂ ਸੁਣੀਆਂ ਨੇ
ਤਾਂ ਬੜਾ ਹੀ ਮੁਸਕਰਾਇਆ ਹੈ। ਔਰੰਗਜ਼ੇਬ ਕਹਿਣ ਲੱਗਾ ਖੁਸ਼ ਹੋ ਕੇ, ਸੁਨਹੁ ਗੁਰੂ ਸੁਤ ਅਜ਼ਮਤਵਾਨਾ। ਕਹਿੰਦਾ ਹੈ ਗੁਰੂ ਕੇ ਸਪੁੱਤਰ, ਤੁਸੀਂ ਬਹੁਤ ਹੀ ਸ਼ਕਤੀ ਵਾਲੇ ਹੋ, ਸੁਣਨਾ ਕਰੋ ਮੇਰੀ ਬੇਨਤੀ। ਤੁਮ ਸਮਾਨ ਮੈਂ ਅਪਰ ਨ ਜਾਣਾ। ਮੈਂ ਸਮਝਦਾ ਹਾਂ ਕਿ ਤੁਹਾਡੇ ਵਰਗਾ ਹੋਰ ਕੋਈ ਨਹੀਂ। ਭਾਵੇਂ ਬੜੇ ਪੀਰ ਫਕੀਰ ਵੇਖੇ ਆ, ਬਹੁਤ ਸੁਣੇ ਨੇ ਸਿਆਣੇ, ਪਰ ਤੁਹਾਡੇ ਜਿਹਾ ਹੋਰ ਕਿਸੇ ਨੂੰ ਨਹੀਂ ਸਮਝਦਾ ਹਾਂ। ਚਾਹੋ ਕਰੋ ਤੁਮ ਮਹਿਦ ਮਹਾਨਾ। ਤੁਸੀਂ ਤਾਂ ਏਡੇ ਵੱਡਿਆਂ ਤੋਂ ਵੱਡੇ ਹੋ, ਇੰਨੀ ਵੱਡੀ ਤੁਹਾਡੇ ਵਿੱਚ ਸਮਰੱਥਾ ਏ। ਜਿਵੇਂ ਤੁਹਾਨੂੰ ਮੈਂ ਕਹਿੰਦਾ ਹਾਂ ਤਿਵੇਂ ਜੇ ਕਿਤੇ ਹੋਰ ਕਿਸੇ ਨੂੰ ਕਹਾ, ਉਹ ਤਾਂ ਉਸੇ ਤਰ੍ਹਾਂ ਕਰ ਨਹੀਂ ਸਕਦਾ। ਜੋ ਮੈਂ ਚਾਹੁੰਦਾ ਹਾਂ ਉਸੇ ਤਰ੍ਹਾਂ ਹੀ ਤੁਸੀਂ ਕਰਕੇ ਵਿਖਾ ਦਿੰਦੇ ਹੋ। ਇੱਕ ਅਭਿਲਾਖਾ ਮੁਝ ਮਨ ਮਾਹੂ। ਮੇਰੇ ਮਨ ਦੇ ਵਿੱਚ ਜੋ ਇੱਕ ਇੱਛਾ ਹੈ ਉਹ ਦੱਸਦਾ ਹਾਂ ਤੁਹਾਨੂੰ। ਸੋ ਅਬ ਕਹੂੰ ਆਪ ਕੇ ਪਾਹੂ। ਤੇ ਉਹ ਤੁਹਾਡੇ ਕੋਲ ਹੁਣ ਮੈਂ ਆਪਣੀ ਇੱਛਾ ਜ਼ਾਹਰ ਕਰਦਾ ਹਾਂ। ਖਸ਼ਟ ਰੁਤਨ ਕੇ ਮੇਵੇ ਜੋਈ ਜੇਈ। ਜਿਹੜੇ ਕਿ 6 ਰੁੱਤਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲ ਪੈਦਾ ਹੁੰਦੇ ਹਨ। ਫਲ ਅਰ ਫੂਲ ਸਕਲ ਤਬ ਫਲ ਅਰ ਫੂਲ ਸਕਲ ਅਬ ਤੇਈ। ਤੇ ਜਿਹੜੇ ਫਲ ਹੁੰਦੇ ਆ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਵੀ ਉਸ ਵੇਲੇ ਲੱਗਦੇ ਆ, ਉਹ ਵੀ ਹੁਣ ਤੁਸੀਂ ਦੱਸ ਦਿਓ। ਏਕ ਬਾਰ ਹੀ ਅਬ ਦਿਖਰਾਵੋ। ਤੇ ਇੱਕੋ ਵਾਰ ਸਾਰੇ ਫਲ ਫੁੱਲ ਦਿਖਾ ਦਿਓ ਕਿਰਪਾ ਕਰਕੇ। ਮਨ ਭਾਵਤ ਮੁਝ ਦੇਹੁ ਖਵਾਵੋ। ਜਿਹੜੇ 6 ਰੁੱਤਾਂ ਵਿੱਚ ਫਲ ਹੁੰਦੇ ਨੇ ਉਹ ਫਲ ਪ੍ਰਗਟ ਕਰਕੇ ਮੈਨੂੰ ਦਿਖਾ ਦਿਓ। ਤੇ ਮਨ ਭਾਉਂਦੇ ਜਿਹੜੇ ਫਲ ਹਨ ਉਹ ਮੈਨੂੰ ਲਿਆ ਕੇ ਫਿਰ ਛਕਾ ਵੀ ਦਿਓ। ਸੁਨ ਸ਼੍ਰੀ ਰਾਮ ਰਾਏ ਬਚ ਭਾਖਾ। ਤੇ ਔਰੰਗਜ਼ੇਬ ਦੀ ਐਸੀ ਇੱਛਾ ਜਿਹੜੀ ਹੈ ਸੁਣ ਕੇ ਬਚਨ ਕਰਨ ਲੱਗੇ ਹਨ ਬਾਬਾ ਰਾਮ ਰਾਏ ਜੀ। ਹਮ ਕਰ ਦੇਹ ਪੂਰ ਅਭਿਲਾਖਾ। ਕਹਿੰਦੇ ਹਨ ਬਾਦਸ਼ਾਹ, ਇਹ ਤੇਰੀ ਜੋ ਇੱਛਾ ਹੈ ਉਹ ਵੀ ਅਸੀਂ ਪੂਰੀ ਕਰ ਦਿੰਦੇ ਹਾਂ। ਫਲ ਰਸਾਲ ਆਦਿਕ ਮੰਗਵਾਏ। ਤੇ ਇਸ ਪ੍ਰਕਾਰ ਬਚਨ ਆਖ ਕੇ ਬਹੁਤ ਹੀ ਰਸ ਭਰੇ, ਰਸ ਵਾਲੇ ਸਵਾਦਲੇ ਅੰਬ ਆਦਿਕ ਜਿਹੜੇ ਫਲ ਉਹ ਬਾਬਾ ਰਾਮ ਰਾਏ ਜੀ ਨੇ ਉਸੇ ਵੇਲੇ ਮੰਗਵਾ ਦਿੱਤੇ ਹਨ। ਸ਼ਾਹੋ ਅਗਾਰੀ ਭੇ ਸਮੁਦਾਏ। ਤੇ ਬਹੁਤ ਸਾਰੇ ਫਲ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਇਕੱਠੇ ਹੋ ਗਏ। ਨਿਜ ਕਰਤੇ ਗੁਰ ਸੁਤ ਧਰ ਦੇਤ। ਫਲਾਂ ਦਾ ਜਾੜੋਂ ਢੇਰ ਲੱਗਦਾ ਜਾ ਰਿਹਾ ਹੈ। ਆਪਣੇ ਹੱਥਾਂ ਦੇ ਨਾਲ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਫਲ ਰੱਖੀ ਜਾਂਦੇ ਹਨ ਬਾਦਸ਼ਾਹ ਦੇ ਅੱਗੇ। ਹੋਤ ਪ੍ਰਮੋਦ ਸ਼ਾਹੇ ਸਭ ਲੇਤ। ਤੇ ਔਰੰਗਜ਼ੇਬ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਉਹ ਸਵਾਦਲੇ ਫਲ ਪ੍ਰਾਪਤ ਕਰਕੇ ਬਹੁਤਾ ਹੀ ਆਨੰਦਿਤ ਹੋ ਰਿਹਾ। ਜਾਮਨ ਖਿਰਣੀ ਰੁਚਰ ਖਜੂਰ। ਉਹਨਾਂ ਫਲਾਂ ਵਿੱਚ ਜਾਮਨੂ ਵੀ ਨੇ ਤੇ ਖਿਰਣੀ ਨਾਮ ਦੇ ਫਲ ਤੇ ਸੁੰਦਰ ਖਜੂਰਾਂ ਵੀ ਹਨ। ਆੜੂ ਆਮਰੂਦ ਫਲ ਰੂਰ। ਤੇ ਬਹੁਤੇ ਸਵਾਦਲੇ ਫਲ ਨੇ, ਆੜੂ ਹਨ ਅਤੇ ਅਮਰੂਦ ਆਦਿਕ ਹੋਰ ਵੀ ਹਨ। ਕਟਲ ਬਡਲ ਅਰਸਿਓ ਅਨਾਰ। ਪਿਛਲੀ ਪੰਕਤੀ ਆੜੂ ਆਮਰੂਦ ਫਲ ਰੂਰ। ਸੋ ਐਸੇ ਫਲ ਆਦਿਕ ਹਨ, ਆੜੂ ਅਮਰੂਦ ਆਦਿਕ। ਕਟਲ ਬਡਲ ਅਰਸਿਓ ਅਨਾਰ। ਤੇ ਕਟਹਰ ਦੇ ਰੁੱਖ ਦੇ ਫਲ ਹਨ, ਬਡਲ ਢੇਊ ਆਦਿਕ ਦੇ ਵੀ ਫਲ ਹਨ, ਸੇਬ ਨੇ ਤੇ ਅਨਾਰ ਵੀ ਹਨ। ਖਰਬੂਜੇ ਖਾਰਕ ਸਹਕਾਰ। ਤੇ ਵਿੱਚ ਖਰਬੂਜੇ ਵੀ ਹਨ, ਖਾਰਕ ਛੁਹਾਰੇ ਵੀ ਨੇ ਤੇ ਹੋਰ ਕਲਮੀ ਫਲ ਜੋ ਕਲਮੀ ਅੰਬ ਆਦਿਕ ਵੀ ਹਨ। ਸੰਗ ਤਰੇ ਨਿੰਬੂ ਨੌਰੰਗੀ। ਜਿਨ੍ਹਾਂ ਵਿੱਚ ਸੰਤਰੇ ਵੀ ਨੇ ਤੇ ਨਿੰਬੂ ਵੀ ਹਨ ਤੇ ਹੋਰ ਨੌਰੰਗੀ ਕਿੰਨੂ ਆਦਿਕ ਫਲ ਹਨ। ਕਦਲੀ ਫਲ ਅੰਗੂਰ ਸੁਰੰਗੀ। ਤੇ ਕੇਲੇ ਵੀ ਹਨ ਵਿੱਚ ਤੇ ਸ੍ਰੇਸ਼ਟ ਰੰਗ ਵਾਲੇ ਅੰਗੂਰ ਆਦਿਕ ਵੀ ਹਨ। ਖੋਪਾ ਜ਼ਰਦਾਲੂ ਨਸ਼ਪਾਤੀ। ਰੰਗਾਂ ਰੰਗਾਂ ਦੇ ਅੰਗੂਰ ਵੀ ਨੇ, ਖੋਪੇ ਨਾਰੀਅਲ ਆਦਿਕ ਵੀ ਹਨ। ਜਰਦਾਲੂ ਫਲ ਕਸ਼ਮੀਰ ਦੇ ਇਲਾਕੇ ਵਿੱਚ ਹੋਣ ਵਾਲੇ ਜਾਂ ਹੋਰ ਠੰਡੇ ਇਲਾਕਿਆਂ ਵਿੱਚ ਹੋਣ ਵਾਲੇ ਤੇ ਹੋਰ ਨਾਸ਼ਪਾਤੀ ਨਾਖਾਂ ਆਦਿਕ ਫਲ ਹਨ। ਦਾਖ ਬਦਾਮ ਸਰਸ ਬਹੁ ਜਾਤੀ। ਤੇ ਦਾਖਾਂ ਹਨ, ਸੁੱਕੇ ਫਲ ਨੇ, ਸੁੱਕੇ ਅੰਗੂਰ, ਮੇਵੇ ਮਣਕੇ ਆਦਿਕ, ਸੌਗੀ ਆਦਿਕ। ਔਰ ਇਸੇ ਪ੍ਰਕਾਰ ਦਾਖ ਬਦਾਮ ਸਰਸ ਬਹੁ ਜਾਤੀ। ਤੇ ਬਦਾਮ ਵੀ ਹਨ, ਬਹੁਤੇ ਰੰਗਾਂ ਦੇ, ਬਹੁਤੀਆਂ ਜਾਤੀਆਂ ਦੇ ਐਸੇ ਸ੍ਰੇਸ਼ਟ ਫਲ ਨੇ। ਇੱਕ ਇੱਕ ਫਲ ਜਿਹੜਾ ਹੈ ਵੱਖ-ਵੱਖ ਕਿਸਮ ਦਾ ਹੈ। ਬਦਰੀ ਫਲ ਤਰਬੂਜ ਬਟੰਕ। ਤੇ ਇਸੇ ਪ੍ਰਕਾਰ ਬੇਰ ਵੀ ਨੇ, ਤਰਬੂਜ, ਮਤੀਰੇ, ਹਦਵਾਣੇ ਆਦਿਕ ਵੀ ਹਨ। ਤੇ ਇਸੇ ਪ੍ਰਕਾਰ
ਬਟੰਕ ਬਟੰਕ, ਹੋਰ ਵੀ ਕਈ ਤਰ੍ਹਾਂ ਦੀ ਜੋ ਇੱਕ ਤਰ੍ਹਾਂ ਦੀ ਨਾਖ ਆਦਿਕ ਹੈ, ਐਸੇ ਫਲ ਹਨ। ਸਰਦੇ ਮੰਗਵਾਏ ਇੱਕ ਅੰਕ ਤੇ ਹੋਰ ਸਰਦੇ ਆਦਿਕ, ਸਰਦਾ ਆਦਿਕ ਫਲ ਨੇ। ਹੋਰ ਇੱਕ ਪ੍ਰਕਾਰ ਦਾ ਜਿਹੜਾ ਕਿ ਕਾਬਲੀ ਖਰਬੂਜਾ ਕਿਹਾ ਜਾਂਦਾ ਹੈ, ਸੋ ਐਸਾ ਉਹ ਵੀ ਫਲ ਹੈ। ਤੁਰਸ਼ ਫਾਲਸ ਸਰਦੇ ਮੰਗਵਾਏ ਇੱਕ ਅੰਕ ਤੇ ਇੱਕੋ ਵਾਰ ਹੀ ਐਸੇ ਇਕੱਠੇ ਫਲ ਮੰਗਵਾ ਦਿੱਤੇ ਹਨ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਵਾਸਤੇ। ਤੁਰਸ਼ ਫਾਲਸੇ ਕੰਦ ਬਿਦਾਰੀ ਤੇ ਹੋਰ ਫਾਲਸੇ ਆਦਿਕ ਰੁੱਖ ਦੇ ਵੀ ਫਲ ਹਨ ਜਿਹੜੇ ਕਿ ਖੱਟੇ ਮਿੱਠੇ ਹਨ। ਇਸੇ ਪ੍ਰਕਾਰ ਕੰਦ ਬਿਦਾਰੀ ਆਦਿਕ ਜਿਹੜੇ ਫਲ ਹਨ। ਜਿਮੀ ਕੰਦ ਫਲ ਹਰ ਤਿਸ ਬਾਰੀ ਤੇ ਜਿਮੀ ਕੰਦ ਆਦਿਕ ਐਸੇ ਜਿਹੜੇ ਸਲਾਦ ਆਦਿਕ ਵਿੱਚ ਵਰਤਣ ਵਾਲੇ ਫਲ ਹਨ। ਜਿਮੀ ਕੰਦ ਫਲ ਹਰ ਤਿਸ ਬਾਰੀ ਤੇ ਫਲ ਹਰ ਜਿਹੜੇ ਕਿ ਹੋਰ ਜੰਗਲਾਂ ਦੇ ਵਿੱਚ ਹੋਣ ਵਾਲੇ ਫਲ ਹਨ। ਸੋ ਐਸੇ ਅਨੇਕ ਤਰ੍ਹਾਂ ਦੇ ਮੇਵੇ ਆਦਿਕ ਫਲ ਉਸ ਵੇਲੇ ਲਿਆ ਕੇ ਪ੍ਰਗਟ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਰੱਖ ਦਿੱਤੇ। ਅਪਰ ਕਹਾਂ ਲਗ ਕਹਿ ਫਲ ਜਾਤੀ ਤੇ ਹੋਰ ਕਿੰਨੀਆਂ ਕੁ ਜਾਤੀਆਂ ਦੇ ਫਲਾਂ ਬਾਰੇ ਦਸੀਏ ਕਿ ਔਰੰਗਜ਼ੇਬ ਦੇ ਕਹਿਣ ਤੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ ਪ੍ਰਗਟ ਕਰਕੇ ਦੇ ਦਿੱਤੇ ਹਨ। ਧਰੇ ਸ਼ਾਹੋ ਆਗੇ ਬਖਿਆਤੀ ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਪ੍ਰਗਟ ਹੀ ਰੱਖ ਦਿੱਤੇ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ। ਫਲ ਸਮੂਹ ਬਿਦਤਾਏ ਜਿਉਂ ਜਿਉਂ ਤੇ ਜਿਵੇਂ ਜਿਵੇਂ ਬਹੁਤ ਸਾਰੇ ਵੱਖ ਵੱਖ ਕਿਸਮਾਂ ਦੇ ਫਲ ਪ੍ਰਗਟ ਕਰਕੇ ਲਿਆ ਕੇ ਦੇ ਦਿੱਤੇ ਹਨ ਬਾਬਾ ਰਾਮ ਰਾਏ ਜੀ ਨੇ। ਅਚਰਜ ਹੋਤ ਸਭਿਨ ਮਤ ਤਿਉ ਤਿਉ ਤਿਵੇਂ ਤਿਵੇਂ ਆਪਣੀ ਮਤ ਬੁੱਧ ਨਾਲ ਵਿਚਾਰਦਿਆਂ ਹੋਇਆ ਔਰੰਗਜ਼ੇਬ ਬਾਦਸ਼ਾਹ ਦੇ ਸਮੇਤ ਜਿੰਨੇ ਵੀ ਸਭਾ ਦੇ ਵਿੱਚ ਲੋਕ ਹਨ, ਅਹਿਲਕਾਰ ਮੁੱਲਾ ਕਾਜੀ ਆਦਿਕ ਬਹੁਤੇ ਹੀ ਹੈਰਾਨ ਹੋ ਰਹੇ ਨੇ। ਬ੍ਰਿੰਦ ਫਲਨ ਕੋ ਸ਼ਾਹੋ ਅਗਾਰੀ ਤੇ ਬਹੁਤੇ ਫਲਾਂ ਦਾ ਢੇਰ ਲੱਗਿਆ ਹੋਇਆ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਸਭ ਵੇਖ ਰਹੇ ਆ। ਦਿਖਤ ਨ ਲਖੀ ਜਾਏ ਮਤ ਹਾਰੀ ਤੇ ਵੇਖ ਰਹੇ ਹਨ, ਵੇਖਣ ਵਾਲਿਆਂ ਦੇ ਕੋਲੋਂ ਜਾਣੇ ਨਹੀਂ ਜਾਂਦੇ ਕਿ ਇਹ ਕਿੰਨੇ ਕੋ ਐਸੇ ਸ੍ਰੇਸ਼ਟ ਫਲ ਹਨ ਜਿਹੜੇ ਕਦੀ ਕਈਆਂ ਨੇ ਵੇਖੇ ਹੀ ਨਹੀਂ। ਇਵੇਂ ਸਮਝਦੇ ਹੋਏ ਬਹੁਤ ਹੀ ਹੈਰਾਨ ਹੋਏ, ਥੱਕ ਗਏ ਵਿਚਾਰਦੇ। ਬੈਠੇ ਕਿਤ ਤੇ ਇਹ ਮੰਗਾਏ ਤੇ ਕਹਿੰਦੇ ਹਨ ਕਈ ਕਿ ਇੱਥੇ ਬੈਠਿਆਂ ਬੈਠਿਆਂ ਬਾਬਾ ਰਾਮ ਰਾਏ ਜੀ ਨੇ ਪਤਾ ਨਹੀਂ ਕਿੱਥੋਂ ਇਹ ਮੰਗਵਾ ਦਿੱਤੇ ਹਨ। ਹੋਤ ਬਲਾਇਤ ਮੈਂ ਸੇ ਆਏ ਤੇ ਕਈ ਇਸ ਤਰ੍ਹਾਂ ਆਖਦੇ ਨੇ ਕਿ ਇਹ ਤਾਂ ਐਸੇ ਕਈ ਫਲ ਹਨ ਜਿਹੜੇ ਵਿਲਾਇਤ ਹੋਰਨਾਂ ਦੇਸ਼ਾਂ ਦੇ ਵਿੱਚ ਹੀ ਹੁੰਦੇ ਐ, ਉਹ ਮੰਗਵਾ ਦਿੱਤੇ ਨੇ ਗੁਰੂ ਕੇ ਸਪੁੱਤਰ ਨੇ। ਖਸ਼ਟ ਰੁਤਨ ਕੇ ਉਪਜਨ ਵਾਰੇ ਤੇ ਇਹ ਤਾਂ ਵੱਖ ਵੱਖ ਰੁੱਤਾਂ ਦੇ ਵਿੱਚ 6 ਰੁੱਤਾਂ ਵਿੱਚ ਹੋਣ ਵਾਲੇ ਆ ਤੇ ਇਕੱਠੇ ਤਾਂ ਇਹ ਮਿਲ ਨਹੀਂ ਸਕਦੇ। ਇੱਕੋ ਵਾਰੀ ਇਹਨਾਂ ਨੇ ਕਿਵੇਂ ਪ੍ਰਗਟ ਕਰਕੇ ਦੇ ਦਿੱਤੇ ਐ। ਇੱਕ ਦਿਨ ਭੇ ਸਭ ਸਭਾ ਨਿਹਾਰੇ ਤੇ ਇੱਕੋ ਦਿਨ ਦੇ ਵਿੱਚ ਕਿਵੇਂ 6 ਰੁੱਤਾਂ ਦੇ ਫਲ ਇਕੱਠੇ ਹੀ ਵੇਖਣ ਨੂੰ ਸਭਾ ਵਿੱਚ ਬੈਠਿਆਂ ਨੂੰ ਮਿਲ ਗਏ ਹਨ। ਅਦਿਕ ਪ੍ਰਸੰਨ ਸ਼ਾਹ ਹੋਏ ਰਹਿਓ ਤੇ ਇਸ ਪ੍ਰਕਾਰ ਜਦੋਂ ਵੇਖਿਆ ਏ ਸਭਾ ਵਿੱਚ ਬੈਠੇ ਬੜੇ ਹੈਰਾਨ ਹੋਏ। ਤੇ ਔਰੰਗਜ਼ੇਬ ਇਹ ਵੀ ਫਲਾਂ ਨੂੰ ਵੇਖ ਕੇ ਤੇ ਵੱਖ ਵੱਖ ਤਰ੍ਹਾਂ ਦੇ ਫਲ ਖਾਂਦਾ ਹੋਇਆ ਬਹੁਤਾ ਖੁਸ਼ ਹੁੰਦਾ ਹੈ। ਗੁਰਸੁਤ ਕੋ ਜਸ ਬਹੁ ਮੁਖ ਕਹਿਓ ਤੇ ਆਪਣੇ ਮੂੰਹ ਤੋਂ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਦਾ ਬਹੁਤਾ ਜਸ ਸੁਣਾਉਣ ਲੱਗਿਆ। ਅਦਿਕ ਸਵਾਦ ਜਬ ਲੈ ਕਰ ਖਾਏ ਤੇ ਜਦੋਂ ਲੈ ਕੇ ਇਸਨੇ ਵੱਖ ਵੱਖ ਤਰ੍ਹਾਂ ਦੇ 6 ਰੁੱਤਾਂ ਵਿੱਚ ਹੋਣ ਵਾਲੇ ਫਲ ਖਾਧੇ ਨੇ ਤਾਂ ਫਿਰ ਬਹੁਤੇ ਸਵਾਦੀ ਲੱਗੇ। ਬਹੁਤ ਸਰਾਹ ਸਵਾਦ ਸਮੁਦਾਏ ਤੇ ਬਹੁਤ ਸਾਰਾ ਜਿਹੜਾ ਵੱਖ ਵੱਖ ਤਰ੍ਹਾਂ ਦੇ ਫਲਾਂ ਦਾ ਸਵਾਦ ਇਹ ਸਲਾਉਣ ਲੱਗਾ ਹੈ। ਬਹੁ ਉਪਬਨ ਫਲ ਅਚੇ ਜੋ ਆਗੇ ਤੇ ਜਿਹੜੇ ਪਹਿਲਾਂ ਵੱਖ ਵੱਖ ਤਰ੍ਹਾਂ ਦੇ ਫਲ ਜੋ ਖਾਧੇ ਐ ਬਹੁਤੇ ਬਾਗਾਂ ਦੇ ਪਹਿਲਾਂ ਵੀ ਤਿਨ ਕੋ ਨਹੀਂ ਸਵਾਦ ਅਸ ਲਾਗੇ ਤੇ ਇਸ ਤਰ੍ਹਾਂ ਇਸਨੇ ਮਨ ਵਿੱਚ ਜਾਣਿਆ ਹੈ ਤੇ ਆਖਿਆ ਹੈ ਕਿ ਉਹਨਾਂ ਫਲਾਂ ਦਾ ਵੀ ਇਹੋ ਜਿਹਾ ਸਵਾਦ ਨਹੀਂ ਸੀ ਕਦੇ ਵੀ ਆਇਆ ਜਿਹੋ ਜਿਹੇ ਫਲ ਹੁਣ ਲਿਆ ਕੇ ਦੇ ਦਿੱਤੇ ਇਹਨਾਂ ਨੇ। ਅਦਿਕ ਮਧੁਰਤਾ ਅਰ ਤੁਰਸ਼ਾਈ ਤੇ ਕਹਿੰਦਾ ਹੈ ਕਿ ਬਹੁਤੀ ਮਿਠਾਸ ਇਹਨਾਂ ਵਿੱਚ ਹੈ ਔਰ ਖਟਿਆਈ ਵੀ ਹੈ। ਖੱਟੇ ਤੇ ਮਿੱਠੇ ਵੀ ਫਲ
ਖੱਟ ਮਿੱਠੇ ਫਲ ਇਸ ਪ੍ਰਕਾਰ ਦੇ ਵੱਖ-ਵੱਖ ਤਰ੍ਹਾਂ ਦੇ ਮੈਂ ਖਾਧੇ ਹਨ। ਅਚਹਿ ਅਜਾਇਬ ਕਹਿਓ ਨਾ ਜਾਈ। ਇਸ ਤਰ੍ਹਾਂ ਔਰੰਗਜ਼ੇਬ ਕਹਿੰਦਾ ਹੈ ਕਿ ਇਹ ਜੋ ਛਕਣ ਵਾਲੇ ਨੂੰ ਹੀ ਪਤਾ ਲੱਗਦਾ ਕਿੰਨਾ ਕੁ ਅਸਚਰਜ ਸਵਾਦ ਹੈ, ਦੱਸਿਆ ਨਹੀਂ ਜਾ ਸਕਦਾ ਇਹਨਾਂ ਫਲਾਂ ਦਾ। ਕਤਹੁ ਨ ਸ਼ਾਹੇ ਇਤੇ ਫਲ ਖਾਏ। ਤੇ ਇਸ ਪ੍ਰਕਾਰ ਜਾਣ ਕੇ ਬਹੁਤ ਹੈਰਾਨ ਹੋਇਆ। ਤੇ ਜਿਸ ਔਰੰਗਜ਼ੇਬ ਬਾਦਸ਼ਾਹ ਨੇ ਪਹਿਲਾਂ ਕਦੇ ਵੀ ਇਹੋ ਜਿਹੇ ਸ੍ਰੇਸ਼ਟ ਫਲ ਤਾਂ ਖਾਧੇ ਹੀ ਨਹੀਂ ਸੀ। ਰੁਚ ਸੋ ਅਚਹਿ ਅਦਕ ਮਧੁਰਾਏ। ਤੇ ਬਹੁਤੇ ਮਿੱਠੇ ਫਲ ਇਸ ਨੇ ਬੜੀ ਰੁਚੀ ਦੇ ਨਾਲ ਖਾਧੇ ਹਨ। ਸਭਾ ਬਿਖੈ ਸਭ ਹਿਨ ਕੋ ਦੀਨੇ। ਤੇ ਸਭਾ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਵੀ ਫਿਰ ਦਿੱਤੇ ਆ। ਆਪ ਖਾ ਖਾ ਕੇ ਰੱਜ ਗਿਆ, ਫਿਰ ਉਹਨਾਂ ਵੱਲ ਵੀ ਦੇ ਦਿੱਤੇ ਕਿ ਚਲੋ ਜਿੰਨੇ ਕੁ ਖਾਣੇ ਸੀ ਮੈਂ ਖਾ ਲਏ ਆ, ਹੁਣ ਇਹਨਾਂ ਨੂੰ ਵੀ ਦੇ ਦਿੰਦੇ ਹਾਂ ਬਾਕੀ ਦੇ। ਅਚਹਿ ਸਵਾਦ ਕੁਛ ਪਰਹਿ ਨ ਚੀਨੇ। ਤੇ ਉਹ ਜਿਹੜੇ ਸਭਾ ਵਿੱਚ ਬੈਠੇ ਕਾਜੀ ਮੁੱਲਾ ਅਹਿਲਕਾਰ ਸੈਨਾਪਤੀ ਆਦਿ ਨੇ, ਉਹ ਜਦੋਂ ਛਕਦੇ ਆ ਤਾਂ ਉਹ ਵੀ ਕਹਿੰਦੇ ਕਿ ਇਹ ਸਵਾਦਾਂ ਦਾ ਪਤਾ ਹੀ ਨਹੀਂ ਲੱਗਦਾ, ਕਿਹੋ ਜਿਹੇ ਵੱਖਰੇ ਨਵੇਂ ਹੀ ਸਵਾਦ ਐਸੇ ਨੇ ਪਹਿਲਾਂ ਅਸੀਂ ਕਦੇ ਚੱਖੇ ਨਹੀਂ। ਹੋਏ ਅਚਰਜ ਤਬ ਸ਼ਾਹ ਉਚਾਰਾ। ਤੇ ਬਹੁਤਾ ਹੀ ਹੈਰਾਨ ਹੋ ਕੇ ਫਿਰ ਸਭ ਜਦੋਂ ਰਹਿ ਗਏ ਹੈ ਤਾਂ ਬਾਦਸ਼ਾਹ ਔਰੰਗਜ਼ੇਬ ਆਪ ਵੀ ਕਹਿਣ ਲੱਗਾ ਹੈ, ਕਹਾਂ ਲੱਗਿਓ ਅਸ ਬਾਗ ਉਦਾਰਾ। ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਹੈ ਕਿ ਗੁਰੂ ਸਪੂਤ ਜੀ, ਇਹ ਮੈਨੂੰ ਤੁਸੀਂ ਦੱਸ ਦਿਓ ਕਿ ਇਹਨਾਂ ਫਲਾਂ ਵਾਲਾ ਜਿਹੜਾ ਬਾਗ ਹੈ ਉਹ ਕਿੱਥੇ ਲੱਗਿਆ ਹੋਇਆ। ਜਿਸ ਮਹਿ ਤੇ ਅਸ ਫਲ ਮੰਗਵਾਏ। ਤੇ ਇਹੋ ਜਿਹੇ ਬਾਗ ਕਿੱਥੇ ਨੇ ਇਸ ਵੇਲੇ, ਜਿਨ੍ਹਾਂ ਬਾਗਾਂ ਦੇ ਫਲ ਤੁਸੀਂ ਇਸ ਵੇਲੇ ਮੰਗਵਾ ਕੇ ਮੈਨੂੰ ਦਿਵਾ ਦਿੱਤੇ ਹਨ। ਖਟ ਰੁੱਤ ਕੇ ਇੱਕ ਦਿਨ ਮਹਿ ਖਾਏ। ਤੇ 6 ਰੁੱਤਾਂ ਦੇ ਵਿੱਚ ਵੱਖ-ਵੱਖ ਰੁੱਤਾਂ ਵਿੱਚ ਹੋਣ ਵਾਲੇ ਸਮੇਂ-ਸਮੇਂ ਅਨੁਸਾਰ ਜੋ ਹੁੰਦੇ ਆ ਫਲ, ਉਹ ਤਾਂ ਇੱਕੋ ਸਮੇਂ ਵਿੱਚ ਤੁਸੀਂ ਕਿਵੇਂ ਲਿਆ ਕੇ ਦੇ ਦਿੱਤੇ। ਅਸ ਉਪਬਨ ਦਿਖ ਰਾਵਹੁ ਮੋਹੀ। ਤੇ ਇਹੋ ਜਿਹਾ ਜਿਹੜਾ ਬਾਗ ਹੈ ਉਹ ਕਿੱਥੇ ਹੈ, ਉਹ ਮੈਨੂੰ ਤੁਸੀਂ ਦਿਖਾ ਦਿਓ ਹੁਣ। ਤੁਰਸ਼ ਮధుਰ ਫਲ ਸਵਾਦਲ ਹੋਹੀ। ਦੇਖੋ ਸਾਧ ਸੰਗਤ ਜੀ, ਜਿਵੇਂ ਕਿ ਤ੍ਰਿਸ਼ਨਾਲੂ ਜੋ ਬੰਦਾ ਹੁੰਦਾ ਹੈ ਨਾ, ਇੱਕ ਚੀਜ਼ ਵੇਖ ਕਰਕੇ ਅਸਚਰਜ ਨਹੀਂ ਹੋ ਜਾਂਦਾ, ਕੁਝ ਫਲ ਆਦਿਕ ਪਾ ਕੇ ਪਦਾਰਥ ਵੇਖ ਕੇ ਮਾਣ ਕੇ ਆਨੰਦ ਉਹਨਾਂ ਦਾ ਉਸ ਨੂੰ ਤ੍ਰਿਪਤੀ ਨਹੀਂ ਆ ਜਾਂਦੀ। ਐਸੀ ਤ੍ਰਿਸ਼ਨਾਲੂ ਵਾਲੀ ਵਿਆਖਿਆ ਇੱਥੇ ਜਿਵੇਂ ਕਿ ਬਾਦਸ਼ਾਹ ਦੇ ਸੁਭਾਅ ਦੀ ਹੋ ਰਹੀ ਹੈ। ਕੋਈ ਫਲ ਲਿਆ ਕੇ ਦਿੱਤੇ ਜਾਂਦੇ, ਪ੍ਰਗਟ ਕੀਤੇ ਜਾਂਦੇ ਆ, ਅਗਾਂਹ ਤੋਂ ਅਗਾਂਹ ਅੱਗੇ ਤੋਂ ਅੱਗੇ ਹੋਰ ਤ੍ਰਿਸ਼ਨਾ ਵੱਧਦੀ ਜਾਂਦੀ ਕਿ ਉਹ ਬਾਗ ਵੀ ਵਿਖਾਓ, ਬਾਗ ਕਿਹੋ ਜਿਹੇ ਹੈ, ਕਿੱਥੇ ਹਨ ਬਾਗ, ਬਾਗ ਵੇਖਣ ਦੀ ਵੀ ਮੈਨੂੰ ਇੱਛਾ ਹੈ। ਤੇ ਉਹ ਇਸ ਵੇਲੇ ਜਿੱਥੇ ਬਾਗ ਹਨ ਜਿਨ੍ਹਾਂ ਦੇ ਕਿ ਸ੍ਰੇਸ਼ਟ ਫਲ ਹਨ ਮਿੱਠੇ ਤੇ ਜੋ ਬਹੁਤੇ ਹੀ ਖੱਟੇ ਹਨ ਵਿੱਚ, ਤੇ ਉਹ ਮੈਨੂੰ ਬਾਗ ਦਿਖਾ ਦਿਓ। ਤਿਸ ਕੀ ਪੌਦ ਲਹੈ ਸਮੁਦਾਈ। ਤੇ ਉਸ ਬਾਗ ਦੀ ਜਿਹੜੀ ਕਿ ਪੌਦ ਹੈ, ਜੋ ਪੌਦੇ ਹਨ ਜਾਂ ਪਨੀਰੀ ਆਦਿਕ ਹੈ, ਉਹ ਬਹੁਤ ਸਾਰੀ ਮੈਨੂੰ ਪ੍ਰਾਪਤ ਹੋ ਜਾਵੇ। ਆਪਣੇ ਬਾਗਨ ਦੇਹੁ ਲਗਾਈ। ਤੇ ਉਹਨਾਂ ਬਾਗਾਂ ਦੀ ਜੋ ਪਨੀਰੀ ਹੈ, ਜੋ ਛੋਟੇ ਬੂਟੇ ਹਨ, ਮੈਨੂੰ ਕਿਤੇ ਮਿਲ ਜਾਣ, ਤੁਸੀਂ ਬਾਗ ਵਿਖਾ ਦਿਓ ਤੇ ਬੂਟੇ ਪਨੀਰੀ ਆਦਿਕ ਮਿਲ ਜਾਏ ਤੇ ਮੈਂ ਆਪਣੇ ਬਾਗਾਂ ਦੇ ਵਿੱਚ ਲਗਾ ਦੇਵਾਂ। ਅਦਕ ਦੂਰ ਹੋਏ ਮਨ ਜ ਪਠਾਵਹੁ। ਤੇ ਤੁਸੀਂ ਮੰਗਵਾ ਦਿਓ ਜਾ, ਤੇ ਜੇ ਕਿਤੇੋਂ ਜਾ ਕੇ ਲਿਆਉਣੇ ਪੈਣਗੇ ਨਾ ਤਾਂ ਮੈਂ ਆਪਣੇ ਨੌਕਰ ਵੀ ਭੇਜ ਦਿੰਦਾ ਹਾਂ, ਜੇ ਬਹੁਤੀ ਦੂਰੋਂ ਮੰਗਾਉਣੇ ਪੈਣਗੇ। ਹਮਰੇ ਹਿਤ ਲਗ ਬੂਟ ਮੰਗਾਵਹੁ। ਤੇ ਇਸ ਕਰਕੇ ਸਾਡੇ ਵਾਸਤੇ ਤੁਸੀਂ ਐਸੀ ਕਿਰਪਾ ਕਰ ਦਿਓ ਕਿ ਛੋਟੇ ਬੂਟੇ ਹੋਰ ਮੰਗਵਾ ਦਿਓ, ਅਸੀਂ ਆਪਣੇ ਬਾਗਾਂ ਵਿੱਚ ਲਗਵਾ ਦਈਏ। ਅਦਭੁਤ ਸਵਾਦ ਲਗਹਿ ਫਲ ਜੋਏ। ਤੇ ਬਹੁਤਾ ਜਿਨ੍ਹਾਂ ਫਲਾਂ ਦਾ ਬਹੁਤ ਹੀ ਸਵਾਦ ਆਉਂਦਾ ਹੈ, ਅਸਚਰਜ ਸਵਾਦ ਹੈ। ਨਿਤ ਖੈ ਬੇਹਿਤ ਹਮ ਕੋ ਹੋਏ। ਤੇ ਮੈਂ ਚਾਹੁੰਦਾ ਹਾਂ ਕਿ ਸਾਡੇ ਵਾਸਤੇ ਉਹ ਨਿਤ ਹੀ ਖਾਣ ਵਾਸਤੇ ਸਾਨੂੰ ਐਸੇ ਬਾਗਾਂ ਦੇ ਫਲ ਮਿਲਦੇ ਰਹਿਣ। ਸੁਨ ਸ਼੍ਰੀ ਰਾਮ ਰਾਏ ਨੇ ਭਾਖਾ। ਤੇ ਇਹ ਔਰੰਗਜ਼ੇਬ ਦੀ ਇੱਛਾ ਜਦੋਂ ਜਾਣੀ ਹੈ ਤਾਂ ਬਾਬਾ ਰਾਮ ਰਾਏ ਜੀ ਅੱਗੋਂ ਦੱਸਣ ਲੱਗੇ ਹਨ, ਜੇ ਅਸ ਬਾਗ ਪਿਖਨ ਅਬਿਲਾਖਾ। ਕਿ ਬਾਦਸ਼ਾਹ, ਜੇਕਰ ਤੇਰੇ ਮਨ ਦੇ ਵਿੱਚ ਇਹੋ ਜਿਹਾ ਬਾਗ ਵੇਖਣ ਦੀ ਚਾਹਨਾ ਹੈ, ਸੋ ਹਮ ਤੁਮ ਕੋ ਦੇਹ ਦਿਖਾਈ। ਤੇ ਉਹ ਬਾਗ ਵੀ ਅਸੀਂ ਤੈਨੂੰ ਦਿਖਾ ਦਿੰਦੇ ਹਾਂ। ਤਹ ਕੀ ਪੌਂਦ ਨ ਕਿਨਹੂ ਪਾਈ। ਤੇ ਉਹ ਜਿਹੜਾ ਬਾਗ ਹੈ ਨਾ, ਉਸ ਬਾਗ ਦੀ ਜੋ ਪੌਦ ਹੈ, ਜੋ ਬੂਟੇ ਹਨ, ਕਿਸੇ ਨੇ ਵੀ ਆਪਣੇ ਯਤਨ ਨਾਲ ਨਹੀਂ ਪ੍ਰਾਪਤ ਕੀਤੇ। ਇੱਕ ਸਤਿਗੁਰ ਕੇ ਘਰ ਹੀ ਰਹੈ। ਐਸਾ ਜਿਹੜਾ ਬਾਗ ਹੈ ਨਾ, ਬਾਬਾ ਰਾਮ ਰਾਏ ਜੀ ਇਸ ਨੂੰ ਇਸ਼ਾਰੇ ਮਾਤਰ ਸਮਝਾਉਂਦੇ ਹੈ
ਕਿ ਇਹ ਜੋ ਬਾਗ ਹੈ ਐਸਾ, ਇਹ ਤਾਂ ਸ਼ਕਤੀ ਸਮਰੱਥਾ ਦਾ ਹੀ ਬਾਗ ਹੈ, ਗੁਰੂ ਕੀ ਬਖਸ਼ਿਸ਼ ਦਾ ਜੋ ਬਾਗ ਹੈ, ਜਿਹੜਾ ਗੁਰੂ ਕੀ ਕਿਰਪਾ ਦੇ ਨਾਲ ਹੀ ਬਾਗ ਪ੍ਰਗਟ ਦਿਸਦਾ ਏ, ਪ੍ਰਤੱਖ ਹੋ ਜਾਂਦਾ ਹੈ। ਅਤੇ ਇਸ ਦੀ ਜਿਹੜੀ ਸਮਰੱਥਾ ਹੈ ਇਹ ਕਿੱਥੇ ਹੈ ਦੱਸਦੇ ਹਨ। ਇੱਕ ਸਤਿਗੁਰ ਕੇ ਘਰ ਹੀ ਰਹੈ। ਤੇ ਇਹ ਜਿਹੜੀ ਬਾਗਾਂ ਦੀ ਪਹੁੰਦ ਹੈ ਨਾ, ਛੋਟੀ ਪਨੀਰੀ ਹੈ, ਜੇ ਮਿਲ ਸਕਦੀ ਹੈ, ਕਿੱਥੋਂ ਮਿਲ ਸਕਦੀ ਹੈ? ਇਹ ਤਾਂ ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਹੀ ਰਹਿੰਦੀ ਹੈ। ਅਪਰਨ ਕੋ ਅਧਿਕਾਰ ਨ ਹੈ। ਤੇ ਹੋਰ ਕਿਸੇ ਨੂੰ ਇਸ ਪਨੀਰੀ ਨੂੰ, ਇਹਨਾਂ ਬਾਗਾਂ ਦੀਆਂ ਜੋ ਛੋਟੀਆਂ ਪਨੀਰੀਆਂ ਨੂੰ, ਛੋਟੇ ਬੂਟਿਆਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੱਕ ਨਹੀਂ ਹੈ। ਜਸ ਅਚਰਜ ਫਲ ਪਿਖੇ ਰੁਖਾਏ। ਤੇ ਜਿਹੋ ਜਿਹੇ ਅਸਚਰਜ ਫਲ ਬਾਦਸ਼ਾਹ ਤੂੰ ਛਕੇ ਨੇ ਤੇ ਸਵਾਦ ਵੇਖਿਆ ਜਾਣਿਆ ਜਿਨ੍ਹਾਂ ਦਾ, ਤਸ ਅਚਰਜ ਕੋ ਬਾਗ ਲਗਾਏ। ਤੇ ਫਲ ਵੇਖੇ ਹਨ। ਔਰ ਐਸਾ ਜਿਹੜਾ ਅਸਚਰਜ ਬਾਗਾਂ ਦਾ, ਜੋ ਫਲਾਂ ਦਾ ਬਾਗ ਹੈ, ਕੌਣ ਲਗਾ ਸਕਦਾ ਹੈ? ਸਾਵਧਾਨ ਹੋਏ ਦੇਖੋ ਨੈਣ। ਤੇ ਇਸ ਲਈ ਜੇ ਤੂੰ ਵੇਖਣਾ ਚਾਹੁੰਦਾ ਹੈ ਤਾਂ ਦਿਖਾ ਦਿੰਦੇ ਹਾਂ। ਤੂੰ ਸਾਵਧਾਨ ਹੋ ਕੇ ਆਪਣੀਆਂ ਅੱਖਾਂ ਦੇ ਨਾਲ ਬਾਗ ਉਹ ਵੇਖ ਲਈ ਜਿੱਥੇ ਤੈਨੂੰ ਅਸੀਂ ਦਿਖਾਉਂਦੇ ਹਾਂ। ਇਮ ਕਹਿ ਕਰ ਗੁਰ ਨੰਦਨ ਬੈਨ। ਗੁਰੂ ਸਪੁੱਤਰ ਬਾਬਾ ਰਾਮ ਰਾਏ ਜੀ ਨੇ ਇਸ ਤਰ੍ਹਾਂ ਜਦੋਂ ਬਚਨ ਆਖੇ ਹਨ, ਕੁਛ ਆਕਾਸ਼ ਲਗ ਦ੍ਰਿਸ਼ਟ ਲਗਾਈ। ਇਹ ਬਚਨ ਆਖ ਕੇ ਆਕਾਸ਼ ਵੱਲ ਨੂੰ ਕੁਝ ਕੁ ਆਪਣੀ ਦ੍ਰਿਸ਼ਟੀ ਉਤਾਰ ਨੂੰ ਕੀਤੀ ਹੈ। ਪ੍ਰਥਨ ਸਭਿਨ ਅਗਨੀ ਦ੍ਰਿਸ਼ਟਾਈ। ਪ੍ਰਥਮ ਸਭਿਨ ਅਗਨੀ ਦ੍ਰਿਸ਼ਟਾਈ। ਪ੍ਰਥਮ ਸਭਿਨ, ਸਭਨਾਂ ਤੋਂ ਪਹਿਲਾਂ, ਜੋ ਕਿ ਆਕਾਸ਼ ਵੱਲ ਨੂੰ ਜਦੋਂ ਦ੍ਰਿਸ਼ਟੀ ਆਪਣੀ ਕੀਤੀ ਹੈ ਬਾਬਾ ਰਾਮ ਰਾਏ ਜੀ ਨੇ, ਤਾਂ ਸਭ ਨੂੰ ਜੋ ਅੱਗ ਦੀ ਹੀ ਦਿਖਾਈ ਦਿੱਤੀ ਹੈ, ਅੱਗ ਹੀ ਨਜ਼ਰ ਆਈ ਆਕਾਸ਼ ਵਿੱਚ। ਸ਼ਾਹ ਸਮੇਤ ਸਭਾ ਕੇ ਦੇਖ ਹੈ। ਤੇ ਔਰੰਗਜ਼ੇਬ ਬਾਦਸ਼ਾਹ ਦੇ ਸਹਿਤ ਸਭਾ ਦੇ ਵਿੱਚ ਬੈਠੇ ਹੋਏ ਜਿੰਨੇ ਵੀ ਹਨ, ਉਹ ਵੇਖ ਕੇ ਹੈਰਾਨ ਹੋਣ ਲੱਗ ਪਏ। ਹੋਏ ਤੂਸ਼ਨ ਬਿਸਮਾਏ ਬਿਸੇਖ ਹੈ। ਤੇ ਆਕਾਸ਼ ਵਿੱਚ ਜਦੋਂ ਉਹਨਾਂ ਨੇ ਅੱਗ ਵੇਖੀ ਹੈ ਤੇ ਵੇਖ ਕੇ ਹੈਰਾਨ ਹੋ ਕੇ ਚੁੱਪ ਹੀ ਹੋਏ ਰਹੇ। ਅਰਧ ਕੋਸ ਲੋ ਜੁਲਤੀ ਆਗ। ਤੇ ਐਸੀ ਅੱਗ ਵੇਖ ਰਹੇ ਹੈ, ਜਾਣੋ ਕਿ ਇੱਕ ਜੋ ਅੱਧੇ ਕੋਹ ਦੇ ਫਾਸਲੇ ਤੇ ਦੂਰ ਤੱਕ ਅੱਗ ਬਲਦੀ ਦਿਸੀ। ਤਿਸਕੇ ਉੱਪਰ ਸੁੰਦਰ ਬਾਗ। ਤੇ ਉਹ ਜੋ ਅੱਗ ਬਲਦੀ ਹੋਈ ਦਿਸ ਰਹੀ ਹੈ, ਉਸ ਅੱਗ ਦੇ ਉੱਤੇ ਸੋਹਣਾ ਬਾਗ ਨਜ਼ਰ ਆਇਆ। ਬਿਗਸੇ ਰੰਗ ਰੰਗ ਕੇ ਫੂਲ। ਤੇ ਜਿਸ ਬਾਗ ਦੇ ਵਿੱਚ ਫੁੱਲ ਲੱਗੇ ਹਨ ਤਰ੍ਹਾਂ ਤਰ੍ਹਾਂ ਦੇ, ਹਰੇ ਹਰੇ ਦਲ ਮੋਟੇ ਮੂਲ। ਬਾਗ ਵਿੱਚ ਰੁੱਖਾਂ ਦੇ ਨਾਲ ਫਲ ਲੱਗੇ ਹੋਏ ਹੈ, ਫੁੱਲ ਲੱਗੇ ਹੋਏ ਹਨ, ਹਰੇ ਹਰੇ ਰੰਗ ਦੇ ਮੋਟੇ ਜੋ ਪੱਤੇ ਹਨ, ਔਰ ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਮੋਟੀਆਂ ਹਨ ਰੁੱਖਾਂ ਦੀਆਂ। ਪਾਕੇ ਫਲ ਕੇ ਗੁੱਛੇ ਘਨੇ। ਤੇ ਪੱਕੇ ਹੋਏ ਫਲਾਂ ਦੇ ਵੀ ਬਹੁਤੇ ਗੁੱਛੇ ਲੱਗੇ ਹੋਏ ਹਨ। ਪੀਤ ਰਕਤ ਦੀਖਤ ਰਸ ਸਨੇ। ਪੀਲੇ ਰੰਗ ਦੇ ਵੀ ਨੇ, ਲਾਲ ਰੰਗ ਦੇ ਵੀ ਹੈ, ਰਸਾਂ ਦੇ ਸਹਿਤ ਨਜ਼ਰ ਆ ਰਹੇ ਹਨ। ਏਕ ਸਾਰ ਤਸ ਪੰਕਤ ਠਾਂਡੀ। ਤੇ ਇੱਕੋ ਜਿਹੀ ਜਾਣੋ ਕਿ ਬਹੁਤ ਹੀ ਜ਼ਿਆਦਾ ਹੀ ਪੰਗਤੀ ਹੀ ਹੈ, ਪੰਗਤੀ ਹੀ ਉਹਨਾਂ ਦੀਆਂ ਨਜ਼ਰ ਆਉਂਦੀਆਂ, ਪੰਗਤੀਆਂ ਕਤਾਰਾਂ ਹੀ ਰੁੱਖਾਂ ਦੀਆਂ ਦਿਸਦੀਆਂ ਹਨ। ਜਵਲਤ ਅਗਨ ਨੀਚੇ ਜਿਸ ਗਾਢੀ। ਤੇ ਐਸਾ ਸੁੰਦਰ ਬਾਗ ਹੈ ਫਲਾਂ ਫੁੱਲਾਂ ਦੇ ਸਹਿਤ, ਜਿਸ ਦੇ ਹੇਠਾਂ ਬਹੁਤੀ ਅੱਗ ਬਲਦੀ ਦਿਸਦੀ ਹੈ ਆਕਾਸ਼ ਵਿੱਚ ਜੋ ਨਜ਼ਰ ਆਉਂਦਾ ਹੈ। ਦਲ ਸੰਘਣੇ ਮੰਜਰੀ ਜੁਤ ਸੋਹੇ। ਤੇ ਬਹੁਤ ਹੀ ਸੰਘਣੇ ਉਹਨਾਂ ਬਾਗਾਂ ਦੇ ਰੁੱਖਾਂ ਨੂੰ ਪੱਤੇ ਲੱਗੇ ਹੋਏ ਹੈ ਤੇ ਮੁੰਜਰਾਂ ਦੇ ਸਹਿਤ ਜਾਣੋ ਦਿਸਦੇ ਹਨ। ਆਂਬ ਮੋਰ ਜੁਤ ਪਿਖ ਮਨ ਮੋਹੇ। ਅੰਬਾਂ ਦੇ ਬੂਟੇ ਨੇ ਬੂਰ ਦੇ ਸਮੇਤ ਹਨ, ਜਿਨ੍ਹਾਂ ਨੂੰ ਵੇਖ ਕੇ ਵੇਖਣ ਵਾਲੇ ਦਾ ਮਨ ਲੁਭਾਇਮਾਨ ਹੁੰਦਾ। ਸਰਬ ਜਾਤ ਕੇ ਤਰਵਰ ਖਰੇ। ਤੇ ਜਾਣੋ ਕਿ ਸਭ ਕਿਸਮਾਂ ਦੇ ਹੀ ਰੁੱਖ ਜੋ ਆਕਾਸ਼ ਵਿੱਚ ਬਾਗ ਦੇ ਵਿੱਚ ਦਿਖਾ ਦਿੱਤੇ ਹਨ ਬਾਬਾ ਰਾਮ ਰਾਏ ਜੀ ਨੇ। ਨਾਮ ਕੌਣ ਲੈ ਗਿਣਤੀ ਕਰੇ। ਤੇ ਕਿਹੜੇ ਕਿਹੜੇ ਰੁੱਖ ਨੇ, ਕਿਹੜੇ ਕਿਹੜੇ ਫਲ ਹਨ, ਕੌਣ ਹੈ ਜਿਹੜਾ ਉਹਨਾਂ ਰੁੱਖਾਂ ਦੇ ਤੇ ਫਲਾਂ ਦੇ ਨਾਮ ਲੈ ਲੈ ਕੇ ਗਿਣਤੀ ਕਰ ਸਕੇ। ਦੇਖਤ ਸ਼ਾਹ ਮੋਦ ਉਪਜਾਵਤ। ਤੇ ਆਕਾਸ਼ ਵਿੱਚ ਜੋ ਫਲਾਂ ਫੁੱਲਾਂ ਦੇ ਸਹਿਤ ਬਾਗ ਬਗੀਚਾ ਜਿਹਾ ਵੇਖਿਆ ਏ ਤੇ ਵੇਖ ਕੇ ਔਰੰਗਜ਼ੇਬ ਨੂੰ ਬਹੁਤ ਖੁਸ਼ੀ ਹੋਈ। ਦਿਨ ਪ੍ਰਤ ਅਚਰਜ ਅਦਕ ਦਿਖਾਵਤ। ਮਨ ਵਿੱਚ ਸੋਚਣ ਲੱਗਾ ਏ
ਕਿ ਜਿਹੋ ਜਿਹੇ ਹੈਰਾਨੀ ਵਾਲੇ ਇਹ ਕੌਤਕ ਗੁਰੂ ਕਾ ਸਾਹਿਬਜ਼ਾਦਾ ਦਿਨ ਬ ਦਿਨ ਹਰ ਰੋਜ਼ ਮੈਨੂੰ ਦਿਖਾਉਂਦਾ ਰਹਿੰਦਾ। ਲਗਿਓ ਆਗ ਪਰ ਬਾਗ ਵਿਸਾਲਾ। ਤੇ ਬਹੁਤ ਵੱਡਾ ਬਾਗ ਲੱਗਿਆ ਹੋਇਆ, ਅੱਗ ਦੇ ਉੱਪਰ ਹੀ ਦਿਖਾ ਦਿੱਤਾ ਆਕਾਸ਼ ਵਿੱਚ ਇਹਨਾਂ ਨੇ। ਨਹਿ ਕੁਮਲਾਹੇ ਖਰੇ ਤਰ ਡਾਲਾ। ਤੇ ਇਹੋ ਜਿਹੇ ਰੁੱਖ ਫਲਾਂ ਫੁੱਲਾਂ ਵਾਲੇ ਟਾਹਣੀਆਂ ਦੇ ਸਮੇਤ ਖੜੇ ਦਿਖਾ ਦਿੱਤੇ ਐ, ਜਿਹੜੇ ਕਿ ਕੁਮਲਾਏ ਨਹੀਂ ਹਨ, ਕੁਮਲਾਉਣ ਵਾਲੇ ਨਹੀਂ ਹਨ। ਫਲ ਦਲ ਫੂਲ ਅਨੇਕ ਸੁਹਾਏ। ਤੇ ਜਿਹੜੇ ਫਲਾਂ ਫੁੱਲਾਂ ਪੱਤਿਆਂ ਦੇ ਸਹਿਤ ਜੋ ਨਜ਼ਰ ਆ ਰਹੇ ਹਨ। ਵਿਦਿਤ ਸਭਨ ਕਹੋ ਭਲੇ ਦਿਖਾਏ। ਐਸੇ ਸੋਭਨੀਕ ਭਲੀ ਪ੍ਰਕਾਰ ਸਭਨਾਂ ਨੂੰ ਪ੍ਰਗਟ ਹੀ ਮੇਰੇ ਸਮੇਤ ਸਭਾ ਵਿੱਚ ਬੈਠਿਆਂ ਨੂੰ ਦਿਖਾਏ ਹਨ। ਕੌਣ ਕੌਣ ਗਿਨੀ ਇਹ ਗੁਣ ਇਨਕੇ। ਇਸ ਤਰ੍ਹਾਂ ਔਰੰਗਜ਼ੇਬ ਕਹਿੰਦਾ ਹੈ, ਮਨ ਵਿੱਚ ਵਿਚਾਰਦਾ ਹੈ ਕਿ ਗੁਰੂ ਕੇ ਸਾਹਿਬਜ਼ਾਦਾ ਹਨ ਇਹ ਬਾਬਾ ਰਾਮ ਰਾਏ ਜੀ। ਇਹਨਾਂ ਦੇ ਵਿੱਚ ਕਿੰਨੇ ਗੁਣ ਨੇ, ਕਿੰਨੀ ਇਹਨਾਂ ਵਿੱਚ ਸਮਰੱਥਾ ਹੈ ਜੋ ਜਾਣੀ ਨਹੀਂ ਜਾ ਸਕਦੀ। ਅਦਭੁਤ ਚਲਤ ਜਾਨੀ ਹੈ ਜਿਨ ਕੇ। ਤੇ ਇਹ ਐਸੇ ਹਨ ਜਿਨ੍ਹਾਂ ਦੇ ਕੌਤਕ ਬਹੁਤ ਹੀ ਅਚਰਜ ਕਹੀਦੇ ਹਨ। ਇਸ ਪ੍ਰਕਾਰ ਜਸ ਕਹਿ ਕਨੇਰੇ। ਤੇ ਇਸ ਪ੍ਰਕਾਰ ਦਾ ਜਸ ਬਾਬਾ ਰਾਮ ਰਾਏ ਜੀ ਦੀ ਕਰਾਮਾਤ ਜਾਣ ਕਰਕੇ ਸਭਾ ਵਿੱਚ ਬੈਠਣ ਵਾਲੇ ਵੀ ਲੋਕ ਕਰਦੇ ਐ। ਤੇ ਔਰੰਗਜ਼ੇਬ ਬਾਦਸ਼ਾਹ ਆਪ ਵੀ ਕਹਿੰਦਾ ਹੈ, ਸਭ ਪੀਰਨ ਕੇ ਪੀਰ ਵਡੇਰੇ। ਤੇ ਇਸ ਤਰ੍ਹਾਂ ਕਹਿੰਦੇ ਨੇ, ਬਾਦਸ਼ਾਹ ਆਪ ਵੀ ਮੂੰਹੋਂ ਕਹਿੰਦਾ ਕਿ ਇਹ ਤਾਂ ਮੈਂ ਸਮਝਦਾ ਸਭ ਪੀਰਾਂ ਦੇ ਵੱਡੇ ਇਹ ਪੀਰ ਹਨ। ਬਾਦਸ਼ਾਹੀ ਜਿਹੜੇ ਅਹਿਲਕਾਰ ਸਭਾ ਵਿੱਚ ਬੈਠੇ ਉਹ ਵੀ ਕਹਿੰਦੇ ਆ ਕਿ ਪੀਰਾਂ ਦੇ ਵੱਡੇ ਇਹ ਪੀਰ ਜਾਣੀਦੇ ਹਨ, ਇੰਨੀ ਇਹਨਾਂ ਵਿੱਚ ਤਾਕਤ ਹੈ। ਕੇਤਿਕ ਘੜੀ ਦਿਖਾਇਓ ਬਾਗ। ਤੇ ਕਿੰਨ ਕੁ ਘੜੀਆਂ ਤੱਕ, ਕੁਝ ਕੁ ਘੜੀਆਂ ਤੱਕ ਬਾਬਾ ਰਾਮ ਰਾਏ ਜੀ ਨੇ ਆਕਾਸ਼ ਦੇ ਵਿੱਚ ਫਲਾਂ ਫੁੱਲਾਂ ਸੁੰਦਰ ਟਾਹਣੀਆਂ ਪੱਤਿਆਂ ਦੇ ਸਹਿਤ ਸੋਹਣਾ ਬਾਗ ਸਭ ਨੂੰ ਦਿਖਾ ਦਿੱਤਾ। ਵੱਡੀ ਪ੍ਰਕਾਸ਼ ਰਹੀ ਤਰ ਆਗ। ਤੇ ਜਿਨ੍ਹਾਂ ਦੇ ਤਰ ਹੇਠਾਂ ਬਹੁਤ ਹੀ ਸੋਹਣੀ ਅੱਗ ਜਿਹੜੀ ਹੈ ਪ੍ਰਕਾਸ਼ ਰਹੀ ਹੈ। ਪੁਨਹਿ ਦੀਖਬੇ ਤੇ ਰਹਿ ਗਇਓ। ਤੇ ਫਿਰ ਸਭ ਵੇਖਣ ਤੋਂ ਰਹਿ ਗਏ, ਭਾਵ ਕੇ ਦਿਸਣੋਂ ਉਹ ਜਿਹੜਾ ਬਾਗ ਹਟ ਗਿਆ ਹੈ ਸਭ ਨੂੰ। ਕਹੈ ਪਰਸ ਪਰ ਅਚਰਜ ਨਯੋ। ਤੇ ਕਹਿੰਦੇ ਹਨ ਆਪਸ ਵਿੱਚ ਵੇਖਣ ਵਾਲੇ ਕਿ ਅਚਰਜ ਹੀ ਨਵਾਂ ਕੌਤਕ ਇਹਨਾਂ ਨੇ ਹੈਰਾਨੀਜਨਕ ਦਿਖਾ ਦਿੱਤਾ ਸਾਨੂੰ। ਪੁਰ ਸਗਰੇ ਮਹਿ ਪੌਰਨ ਪੌਰ। ਸਾਰੇ ਨਗਰ ਦਿੱਲੀ ਸ਼ਹਿਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਬੂਹਿਆਂ ਦੇ ਅੱਗੇ ਗਲੀਆਂ ਬਾਜ਼ਾਰਾਂ ਦੇ ਵਿੱਚ ਲੋਕ ਜਸ ਕਰਦੇ ਬਾਬਾ ਰਾਮ ਰਾਏ ਜੀ ਦਾ। ਘਰ ਘਰ ਮਹਿ ਸਭ ਠੌਰ ਹੈ ਠੌਰ। ਘਰਾਂ ਘਰਾਂ ਵਿੱਚ ਤੇ ਥਾਵਾਂ ਥਾਵਾਂ ਤੇ ਵੱਖ ਵੱਖ ਥਾਵਾਂ ਤੇ ਗੁਰੂ ਕੇ ਸਪੁੱਤਰ ਦਾ ਜਸ ਕਹਿੰਦੇ ਹਨ ਲੋਕ। ਗੁਰਨੰਦਨ ਅਜ਼ਮਤ ਕੀ ਬਾਤ। ਤੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦੀ ਸ਼ਕਤੀ ਦੀ ਗੱਲ ਲੋਕ ਦੱਸਦੇ ਹਨ ਇੱਕ ਦੂਸਰੇ ਨੂੰ। ਮਿਲ ਮਿਲ ਕਹੈ ਮਹਿਦ ਬਖਿਆਤ। ਤੇ ਜਦੋਂ ਵੀ ਲੋਕ ਇਕੱਠੇ ਹੁੰਦੇ ਨੇ ਮਿਲ ਮਿਲ ਕੇ ਬਹੁਤੀ ਹੀ ਇਹੋ ਗੱਲ ਵਾਰ-ਵਾਰ ਕਹਿੰਦੇ, ਪ੍ਰਗਟ ਕਰਕੇ ਦੱਸਦੇ ਹੋਰਾਂ ਨੂੰ। ਕੌਣ ਸਕੈ ਕਰ ਅਨਬਨ ਏਤੀ। ਤੇ ਇਸ ਤਰ੍ਹਾਂ ਲੋਕ ਕਹਿੰਦੇ ਆ ਕਿ ਜਿਹੜੀਆਂ ਨਾ ਬਣਨ ਵਾਲੀਆਂ ਗੱਲਾਂ ਨੇ ਕੋਈ ਬਣਾ ਨਹੀਂ ਸਕਦਾ, ਜਿਹੜੇ ਕੌਤਕ ਕੋਈ ਰਚ ਨਹੀਂ ਸਕਦਾ, ਜੋ ਕਿਸੇ ਨੇ ਕਦੇ ਸੋਚਿਆ ਵੀ ਨਾ ਹੋਵੇ ਉਹ ਵੀ ਬਣਾ ਕੇ ਕਰਕੇ ਕੌਤਕ ਰਚ ਕੇ ਦਿਖਾ ਦਿੰਦੇ ਹਨ ਗੁਰੂ ਕੇ ਸਪੁੱਤਰ। ਨਿਤ ਪ੍ਰਤ ਕਰਤ ਦਿਖਾਵਤ ਜੇਤੀ। ਤੇ ਇਸ ਤਰ੍ਹਾਂ ਦੀ ਸ਼ਕਤੀ ਕੌਣ ਵਰਤਾ ਸਕਦਾ ਹੈ? ਕੁਝ ਦਾ ਕੁਝ ਕਰਕੇ ਕੌਣ ਵਿਖਾ ਸਕਦਾ ਜਿੰਨੀ ਇਹ ਸ਼ਕਤੀ ਦਿਖਾਉਂਦੇ ਹਨ। ਜਿਹੋ ਜਿਹੀ ਬਨਾਵਟ ਬਣਾ ਬਣਾ ਕੇ ਦਿਖਾ ਦਿੰਦੇ ਨੇ। ਨਿਤ ਪ੍ਰਤ ਕਰਤ ਦਿਖਾਵਤ ਜੇਤੀ। ਨਿਤਾ ਪ੍ਰਤੀ ਜਿੰਨੀ ਵੀ ਇਹ ਬਨਾਵਟ ਬਣਾ ਕੇ ਦਿਖਾਉਂਦੇ, ਕੌਣ ਦਿਖਾ ਸਕਦਾ ਐਸੀ ਸ਼ਕਤੀ? ਸਭ ਹੀ ਸ਼ਰਧਾ ਅਦਕ ਵਧਾਵੈ। ਤੇ ਇਸ ਪ੍ਰਕਾਰ ਜਿਹੜੇ ਸ਼ਰਧਾ ਵਾਲੇ ਨੇ ਉਹ ਤਾਂ ਬਹੁਤ ਸ਼ਰਧਾ ਵਧਾਉਂਦੇ ਨੇ ਕਿ ਇਹਨਾਂ ਵਿੱਚ ਸਮਰੱਥਾ ਹੈ। ਕਈ ਜਿਹੜੇ ਸਮਝਦਾਰ ਹੈ ਉਹ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਬਖਸ਼ਿਸ਼ ਜਾਣ ਕੇ ਸਤਿਗੁਰਾਂ ਤੇ ਹੋਰ ਸ਼ਰਧਾ ਭਾਵਨਾ ਕਰਦੇ ਹੈ। ਕਈ ਜਿਹੜੇ ਜ਼ਿਆਦਾ ਨਹੀਂ ਸਮਝਣ ਵਾਲੇ ਸੋ ਉਹ ਬਾਬਾ ਰਾਮ ਰਾਏ ਜੀ ਤੇ ਕੇਵਲ ਸ਼ਰਧਾ ਹੋਰ ਵਧਾਉਂਦੇ ਹਨ। ਅਰਪਹਿ ਭੇਟ ਆਨ ਦਰਸਾਵੈ। ਸੋ ਸ਼ਰਧਾ ਭਾਵਨਾ ਦੇ ਸਹਿਤ ਲਿਆ ਕੇ ਕਈ ਸੋ ਭਾਵਨਾ ਦੇ ਸਹਿਤ ਗੁਰੂ ਕਾ ਸਪੁੱਤਰ ਜਾਣ ਕੇ ਭੇਟਾਵਾਂ ਅਰਪਣ ਕਰਦੇ ਹਨ। ਚਰਨਾਮ੍ਰਿਤ ਕੀ ਪਾਹੁਲ ਲੇਤ। ਤੇ ਕਈ ਸਿੱਖ ਸੇਵਕ ਐਸੇ ਹਨ ਜਿਹੜੇ ਪ੍ਰਭਾਵਿਤ ਹੁੰਦੇ ਹੈ, ਉਹ ਚਰਨਾਮ੍ਰਿਤ ਛਕਣ ਵਾਸਤੇ, ਗੁਰੂ ਕਾ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ
ਭਾਵਨਾ ਕਰ ਲੈਂਦੇ ਹੈ ਕਿ ਅਸੀਂ ਗੁਰੂ ਕੇ ਚਰਨਾਂ ਦੀ ਪਹੁਲ ਪ੍ਰਾਪਤ ਕਰਨੀ ਹੈ, ਪ੍ਰੇਰਿਤ ਹੁੰਦੇ ਹਨ ਪ੍ਰਭਾਵਿਤ ਹੋ ਕੇ ਗੁਰੂ ਕੀ ਸ਼ਕਤੀ ਕਰਾਮਾਤ ਤੋਂ। ਤੇ ਕਈ ਇਸੇ ਪ੍ਰਕਾਰ ਬਾਬਾ ਰਾਮ ਰਾਏ ਜੀ ਤੋਂ ਚਰਨ ਪਾਹੁਲ ਲੈਂਦੇ ਹਨ। ਜਥਾ ਸ਼ਕਤ ਧਨ ਕੋ ਨਰ ਦੇਤ। ਤੇ ਕਈ ਲੋਕ ਇਸ ਪ੍ਰਕਾਰ ਜਿੰਨੀ ਜਿੰਨੀ ਕਿਸੇ ਕੋਲ ਸਮਰੱਥਾ ਹੁੰਦੀ ਹੈ ਆਪਣਾ ਧਨ ਲਿਆ ਕੇ ਭੇਟਾ ਕਰਦੇ ਬਾਬਾ ਰਾਮ ਰਾਏ ਜੀ ਨੂੰ। ਰਹਿ ਭੀਰ ਨਿਤ ਦਰਸ ਕਰਨ ਕੀ। ਨਿਤ ਹੀ ਦਰਸ਼ਨ ਕਰਨ ਵਾਲਿਆਂ ਦੀ ਬਹੁਤੀ ਹੀ ਇਕੱਤਰਤਾ ਬਾਬਾ ਰਾਮ ਰਾਏ ਜੀ ਦੇ ਪਾਸ ਹੁੰਦੀ ਹੈ ਦਿੱਲੀ ਵਿਖੇ। ਪੂਰ ਭਾਵਨਾ ਕਰਹਿ ਨਰਨ ਕੀ। ਤੇ ਬਹੁਤ ਸਾਰੇ ਲੋਕ ਜੋ ਆਉਂਦੇ ਹੈ, ਜਿਹੜੀ ਭਾਵਨਾ ਕੋਈ ਲੈ ਕੇ ਆਉਂਦਾ ਹੈ ਉਹਨਾਂ ਦੀ ਸ਼ੁਭ ਭਾਵਨਾ ਪੂਰੀ ਕਰਦੇ ਹਨ। ਦੋਹਰਾ ਬੀਤ ਗਏ ਕੇਤਕ ਦਿਵਸ। ਤੇ ਇਸ ਪ੍ਰਕਾਰ ਦਿੱਲੀ ਸ਼ਹਿਰ ਦੇ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਭੇਜੇ ਹੋਏ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ ਨਿਵਾਸ ਰੱਖਿਆ ਹੈ। ਦਿੱਲੀ ਵਿੱਚ ਰਹਿੰਦਿਆਂ ਹੋਇਆਂ ਕਈ ਮਹੀਨੇ ਬਤੀਤ ਹੋ ਗਏ। ਦਿੱਲੀ ਪੁਰੀ ਮਝਾਰ। ਦਿੱਲੀ ਸ਼ਹਿਰ ਦੇ ਵਿੱਚ ਕਈ ਮਹੀਨਿਆਂ ਦਾ ਦਿਨਾਂ ਦਾ ਸਮਾਂ ਜਦੋਂ ਬੀਤਿਆ ਹੈ। ਕਵ ਸੰਤੋਖ ਸਿੰਘ ਰਹਿਤ ਹਾਂ। ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਉੱਥੇ ਰਹਿੰਦਿਆਂ ਹੋਇਆ ਗੁਰੂ ਕੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੇ ਅਜ਼ਮਤ ਦੇਤ ਉਦਾਰ। ਤੇ ਬਹੁਤ ਹੀ ਸ੍ਰੇਸ਼ਟ ਅਜ਼ਮਤ ਪ੍ਰਗਟ ਹੀ ਕਰਕੇ ਦੇ ਕੇ ਦਿਖਾਈ ਹੈ ਵਰਤ ਕਰਕੇ। ਸੋ ਸਭ ਜਿਸ ਸ਼ਕਤੀ ਨੂੰ ਜਾਣ ਕੇ, ਜਿਸ ਸ਼ਕਤੀ ਸਮਰੱਥਾ ਕਰਾਮਾਤ ਦੁਆਰਾ ਪ੍ਰਗਟ ਹੀ ਕੌਤਕ ਵੇਖ ਕੇ ਬਹੁਤ ਹੈਰਾਨ ਹੁੰਦੇ ਹੈ। ਕਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਹੈ, ਗੁਰੂ ਕੇ ਸਪੁੱਤਰ ਦਾ ਜਸ ਕਰਦੇ ਹਨ। ਇਹੋ ਹੀ ਲੋਕਾਂ ਵਿੱਚ ਗੱਲ ਹੁੰਦੀ ਹੈ ਜਿੱਥੇ ਕਿਤੇ ਵੀ। ਸੋ ਐਸੇ ਕੌਤਕਾਂ ਬਾਰੇ ਕਿ ਕੁਝ ਦਾ ਕੁਝ ਬਣਾ ਕੇ ਦਿਖਾ ਦਿੰਦੇ ਹਨ। ਸਿੱਖ ਸੇਵਕ ਸਮਝਦੇ ਹਨ ਕਿ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਇਹ ਬਖਸ਼ਿਸ਼ ਹੈ। ਸਤਿਗੁਰਾਂ ਨੇ ਜੋ ਆਪਣੇ ਸਪੁੱਤਰ ਨੂੰ ਬਖਸ਼ਿਸ਼ ਕੀਤੀ ਹੋਈ ਹੈ, ਬਖਸ਼ਿਸ਼ ਦੇ ਕੇ ਭੇਜਿਆ ਹੈ। ਸੋ ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸਾਧ ਸੰਗਤ ਸਮਤ ਬਖਸ਼ਣਹਾਰ ਹੋ, ਅੱਗੇ ਤੋਂ ਸਮਤ ਪ੍ਰਾਪਤ ਹੋਵੇ, ਐਸੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਬੀਤ ਗਏ ਕੇਤਕ ਦਿਵਸ ਦਿੱਲੀ ਪੁਰੀ ਮਝਾਰ। ਕਵ ਸੰਤੋਖ ਸਿੰਘ ਰਹਿਤ ਹਾਂ ਅਜ਼ਮਤ ਦੇਤ ਉਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।